ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਨੰਦ ਸਾਹਿਬ ਦੀ ਕਥਾ ਵਾਰਤਾ ਚੱਲ ਰਹੀ ਹੈ। ਕੱਲ 27 ਪੌੜੀਆਂ ਤੱਕ ਕਥਾ ਵਾਰਤਾ ਹੋ ਗਈ ਸੀ। ਅੱਜ 28ਵੀਂ ਪੌੜੀ ਦੀ ਕਥਾ ਸ਼ੁਰੂ ਹੋਣੀ ਹੈ, ਜਿਹਦੀ ਪਹਿਲੀ ਪੰਕਤੀ ਹੈ, ਮਾਤਾ ਕੇ ਉਦਰ ਮਹਿ ਪ੍ਰਤਪਾਲ ਕਰੇ ਸੋ ਕਿਉ ਮਨੋ ਵਿਸਾਰੀਐ। ਮਾਤਾ ਕੇ ਉਦਰ ਮਹਿ ਪ੍ਰਤਪਾਲ ਕਰੇ ਸੋ ਕਿਉ ਮਨੋ ਵਿਸਾਰੀਐ। ਮਨੋ ਕਿਉ ਵਿਸਾਰੀਐ ਏਵੜ ਦਾਤਾ, ਜੇ ਅਗਨ ਮਹਿ ਆਹਾਰ ਪਹੁੰਚਾਵੇ ਉਸ ਨੂੰ ਕਹਿ ਪੋ ਨਾ ਸਕੀ। ਜਿਸ ਨੂੰ ਆਪਣੀ ਲਿਵ ਲਾਵੇ ਆਪਣੀ ਲਿਵ ਆਪੇ ਲਾਏ। ਗੁਰਮੁਖ ਸਦਾ ਸੰਭਾਲੀਐ ਕਹਿ ਨਾਨਕ ਏਵੜ ਦਾਤਾ ਸੋ ਕਿਉ ਮਨੋ ਵਿਸਾਰੀਐ। ਇਹ 'ਚ ਕੁਝ ਸ਼ਬਦ ਨੇ ਜਿਨ੍ਹਾਂ ਦੇ ਉਚਾਰਨ ਦਾ ਖਿਆਲ ਰੱਖਣਾ ਹੈ। ਜਿਵੇਂ ਇਸ 'ਚ ਇੱਕ ਸ਼ਬਦ ਆਇਆ, ਮਾਤਾ ਕੇ ਉਦਰ ਮੈਂ ਪ੍ਰਤਪਾਲ ਕਰੇ। ਪ੍ਰਤਪਾਲ ਬਹੁਤ ਸਾਰੀ ਸੰਗਤ ਨੂੰ ਪ੍ਰਿਤਪਾਲ ਬੋਲਦੀ ਹੈ। ਲੋਕ ਆਪਣਾ ਨਾਮ ਵੀ ਕਈ ਪ੍ਰਿਤਪਾਲ ਸਿੰਘ ਰੱਖਦੇ ਨੇ। ਇਹ ਜਿਹੜਾ ਹਿੰਦੀ ਦਾ ਸ਼ਬਦ ਹੈ, ਅਤੇ ਹਿੰਦੀ ਦਾ ਹੈ ਪ੍ਰਤਿਪਾਲ। ਤੱਤੇ ਨੂੰ ਸਿਹਾਰੀ ਬੋਲਣੀ ਹੈ, ਪਰ ਥੋੜ੍ਹੀ ਬੋਲਣੀ। ਬਿਹਾਰੀ ਦੀ ਤਰ੍ਹਾਂ ਨਹੀਂ ਬੋਲਦੇ ਨੇ। ਪ੍ਰਤਿਪਾਲ, ਇਹਨੂੰ ਪ੍ਰਿਤਪਾਲ ਨਹੀਂ ਪੜ੍ਹਨਾ, ਪ੍ਰਤਿਪਾਲ। ਪੱਪਾ ਰਾਰੇ ਤੇ ਅਧਿਕ ਤੱਤੇ ਨੂੰ ਸਿਹਾਰੀ, ਇਸ ਤਰ੍ਹਾਂ ਪੜ੍ਹਨਾ, ਪ੍ਰਤਿਪਾਲ। ਮਾਤਾ ਕੇ ਉਦਰ ਮਹਿ ਪ੍ਰਤਪਾਲ ਕਰੇ ਸੋ ਕਿਉ ਮਨੋ ਵਿਸਾਰੀਐ। ਮਨੋ ਕਿਉ ਵਿਸਾਰੀਐ ਏਵੜ ਦਾਤਾ, ਜੇ ਅਗਨ ਮੈਂ ਆਹਾਰ ਪਹੁੰਚਾਵੇ ਉਸ ਨੂੰ ਕੇ। ਇਹਨੂੰ ਕੇ ਪੜ੍ਹਨਾ, ਇਹਨੂੰ ਕਿਹੋ ਨਹੀਂ ਪੜ੍ਹਨਾ। ਹਾਹੇ ਨੂੰ ਯਾਦ ਰੱਖਣਾ। ਹਾਹੇ ਨੂੰ ਔਂਕੜ ਉਦੋਂ ਬੋਲਦਾ ਹੈ ਜਦੋਂ ਸ਼ਬਦ ਕਿਰਿਆ ਹੋਵੇ। ਜਿਵੇਂ ਆਵੋ, ਜਾਵੋ, ਹੱਸੋ, ਖੇਲੋ, ਧਿਆਵੋ, ਪੜ੍ਹੋ, ਲਿਖੋ, ਇਹ ਕਿਰਿਆਵਾਂ ਨੇ। ਜਦੋਂ ਸ਼ਬਦ ਕਿਰਿਆ ਹੋਵੇ ਉਦੋਂ ਹਾਹੇ ਨੂੰ ਔਂਕੜ ਬੋਲਦਾ, ਉਂਝ ਨਹੀਂ ਬੋਲਦਾ। ਇਸ ਲਈ ਇਹਨੂੰ ਪੜ੍ਹਨਾ ਕਿ, ਉਸ ਨੂੰ ਕਿ। ਅੱਗੇ ਸ਼ਬਦ ਹੈ ਪੋ। ਹਾਹੇ ਨੂੰ, ਹਾਹੇ ਤੋਂ ਪਹਿਲੇ ਅੱਖਰ ਨੂੰ ਜੇ ਹੋੜਾ ਲੱਗਾ ਹੋਵੇ ਫਿਰ ਹਾਹੇ ਦੀ ਸਿਹਾਰੀ ਨਹੀਂ ਬੋਲਦੀ। ਇਹ ਹੋ ਗਿਆ ਪੋ। ਜਿਵੇਂ ਜੱਜੇ ਨੂੰ ਹੋੜਾ, ਹਾਹੇ ਨੂੰ ਸਿਹਾਰੀ। ਉਹਨੂੰ ਜੋਹੇ ਨਹੀਂ ਪੜ੍ਹਨਾ, ਉਹਨੂੰ ਪੜ੍ਹਨਾ ਜੋ। ਇਹ ਹੈ ਪੋ, ਇਹਨੂੰ ਪੋਹੇ ਨਹੀਂ ਪੜ੍ਹਨਾ। ਕੀ ਇਹਦਾ ਉਚਾਰਨ? ਪੋ। ਕਿਉਂਕਿ ਹਾਹੇ ਤੋਂ ਪਹਿਲੇ ਅੱਖਰ ਨੂੰ ਹੋੜਾ ਲੱਗਾ ਹੋਇਆ ਹੈ। ਜੇ ਹਾਹੇ ਤੋਂ ਪਹਿਲੇ ਅੱਖਰ ਨੂੰ ਹੋੜਾ ਲੱਗਾ ਹੋਵੇ, ਭਾਵੇਂ ਸ਼ਬਦ ਕਿਰਿਆ ਹੀ ਹੋਵੇ, ਹਾਲਾਂਕਿ ਸ਼ਬਦ ਕਿਰਿਆ ਹੈ, ਪੋ ਛੂਣਾ, ਜੋ ਤੱਕਣਾ, ਪਰ ਇਹ ਹਾਹੇ ਤੋਂ ਪਹਿਲੇ ਅੱਖਰ ਨੂੰ ਹੋੜਾ ਲੱਗਿਆ ਹੋਣ ਕਰਕੇ ਹਾਹੇ ਦੀ ਸਿਹਾਰੀ ਨਹੀਂ ਬੋਲਦੇ। ਇਹਨੂੰ ਪੜ੍ਹਨਾ ਪੋ। ਇਸ ਤਰ੍ਹਾਂ ਕੱਕੇ ਨੂੰ ਸਿਹਾਰੀ, ਹਾਹੇ ਨੂੰ ਔਂਕੜ ਨੂੰ ਕਿਹੋ ਨਹੀਂ ਪੜ੍ਹਨਾ। ਇਹ ਹੈ ਕਿ, ਉਸ ਨੂੰ ਕਿ ਪੋ ਨਾ ਸਕੇ। ਜਿਸ ਨੂੰ ਆਪਣੀ ਲਿਵ ਲਾਵੇ ਆਪਣੀ ਲਿਵ ਆਪੇ ਲਾਏ। ਗੁਰਮੁਖ ਸਦਾ ਸੰਭਾਲੀਐ। ਇਹ ਸੰਭਾਲੀਐ ਨਹੀਂ ਪੜ੍ਹਨਾ, ਸੰਭਾਲੀਐ ਪੜ੍ਹਨਾ। ਮੰਮੇ ਦੇ ਪੈਰ 'ਚ ਹਾਹਾ ਲਾ ਕੇ। ਸੰਭਾਲ ਤੋਂ ਹੁੰਦਾ ਯਾਦ ਕਰਨ ਤੋਂ ਭਾਵ ਹੈ। ਸੰਭਾਲੀਐ ਕਹਿ ਨਾਨਕ ਏਵੜ ਦਾਤਾ ਸੋ ਕਿਉ ਮਨੋ ਵਿਸਾਰੀਐ। ਤੀਸਰੇ ਪਾਤਸ਼ਾਹ ਕਹਿੰਦੇ, ਮਾਤਾ ਕੇ ਉਦਰ ਮਹਿ। ਉਦਰ ਪੇਟ ਨੂੰ ਕਹਿੰਦੇ ਨੇ, ਮਹਿ ਮੈਨ ਵਿੱਚ। ਮਾਤਾ ਦੇ ਪੇਟ ਵਿੱਚ ਪ੍ਰਤਿਪਾਲ ਕਰੇ। ਇੱਕ ਤਾਂ ਹੁੰਦਾ ਕਪਾਲ, ਪਾਲਣਾ ਪੋਸ਼ਣਾ। ਇਹ ਪ੍ਰਤਿਪਾਲ, ਪ੍ਰਤੀ ਦਾ ਮਤਲਬ ਚੰਗੀ ਤਰ੍ਹਾਂ। ਮਾਤਾ ਦੇ ਪੇਟ ਵਿੱਚ ਪਰਮਾਤਮਾ ਬੱਚੇ ਨੂੰ ਚੰਗੀ ਤਰ੍ਹਾਂ ਪਾਲਦਾ ਪੋਸ਼ਦਾ ਹੈ। ਮਾਂ ਨਹੀਂ ਪਾਲ ਰਹੀ, ਮਾਂ ਤਾਂ ਇੱਕ ਸਾਧਨ ਹੈ, ਪਾਲ ਤੇ ਪਰਮਾਤਮਾ ਰਿਹਾ ਹੈ।
ਮਾਤਾ ਦੇ ਪੇਟ ਵਿੱਚ ਪਰਮਾਤਮਾ ਬੱਚੇ ਦੀ ਬਹੁਤ ਵਧੀਆ ਪਾਲਣਾ ਪੋਸ਼ਣਾ ਕਰਦਾ ਹੈ। ਇਹ ਸੋ ਕਿਉ ਮਨੋਂ ਵਿਸਾਰੀ ਹੈ। ਸੋ ਇਹੋ ਜਿਹੇ ਪਰਮਾਤਮਾ ਨੂੰ ਮਨ ਤੋਂ ਨਹੀਂ ਵਿਸਾਰਨਾ ਚਾਹੀਦਾ। ਸੋ ਕਿਉਂ ਮਨੋਂ ਵਿਸਾਰੀ ਹੈ, ਉਸ ਨੂੰ ਕਿਉਂ ਮਨ ਤੋਂ ਵਿਸਾਰੀ ਹੈ? ਭਾਵ ਉਸ ਨੂੰ ਮਨ ਤੋਂ ਨਹੀਂ ਵਿਸਾਰਨਾ ਚਾਹੀਦਾ। ਮਨੋਂ ਹਾਹੇ ਤੇ ਟਿੱਪੀ ਲਾ ਕੇ ਬੋਲਣਾ। ਮਾਤਾ ਕੇ ਉਦਰ ਮਹਿ ਪ੍ਰਤਪਾਲ ਕਰੇ। ਜਿਹੜਾ ਮਾਤਾ ਦੇ ਪੇਟ ਵਿੱਚ ਬੱਚੇ ਦੀ ਪਾਲਣਾ ਪੋਸ਼ਣਾ ਕਰਦਾ ਹੈ, ਸੋ ਕਿਉਂ ਮਨੋਂ ਵਿਸਾਰੀ ਹੈ, ਉਸ ਪਰਮਾਤਮਾ ਨੂੰ ਮਨ ਤੋਂ ਨਹੀਂ ਵਿਸਾਰਨਾ ਚਾਹੀਦਾ ਹੈ। ਉਹਨੂੰ ਯਾਦ ਰੱਖਣਾ ਚਾਹੀਦਾ, ਦਾਤਾ ਤੇਰੀ ਬੜੀ ਕਿਰਪਾ ਹੈ, ਤੂੰ 9 ਪੌਣੇ 10 ਮਹੀਨੇ ਮੈਨੂੰ ਜੇ ਮਾਤਾ ਦੇ ਪੇਟ 'ਚ ਠੀਕ ਠਾਕ ਰੱਖਿਆ। ਕਿਉਂਕਿ ਮਾਤਾ ਦੇ ਪੇਟ 'ਚ ਅਗਨੀ ਹੈ। 3 ਪ੍ਰਕਾਰ ਦੀ ਅਗਨੀ ਮੰਨੀ ਗਈ ਹੈ। ਇੱਕ ਪੇਟ ਦੀ ਅੱਗ, ਇੱਕ ਜੰਗਲ ਦੀ ਅੱਗ, ਇੱਕ ਪਾਣੀ ਦੀ ਅੱਗ। ਤੁਸੀਂ ਕਹੋ ਪਾਣੀ 'ਚ ਵੀ ਅੱਗ ਹੁੰਦੀ ਹੈ? ਜਿੰਨੇ ਦੇਸ਼ ਭੂ-ਮੱਧ ਰੇਖਾ ਦੇ ਨਾਲ ਹਨ, ਉੱਥੇ ਸਮੁੰਦਰ ਦਾ ਪਾਣੀ ਹਮੇਸ਼ਾ ਗਰਮ ਹੁੰਦਾ ਔਰ ਬਹੁਤ ਗਰਮ ਹੁੰਦਾ। ਭੂ-ਮੱਧ ਰੇਖਾ 'ਤੇ ਸੂਰਜ ਦੀਆਂ ਕਿਰਨਾਂ ਸਾਰਾ ਸਾਲ ਸਿੱਧੀਆਂ ਪੈਂਦੀਆਂ ਨੇ। ਭੂ-ਮੱਧ ਰੇਖਾ 'ਤੇ ਸੂਰਜ ਦੀਆਂ ਕਿਰਨਾਂ ਸਿੱਧੀਆਂ ਪੈਂਦੀਆਂ ਨੇ। ਸਿੱਧੀਆਂ ਪੈਣ ਕਰਕੇ ਉੱਥੇ ਗਰਮੀ ਪੈਂਦੀ ਹੈ। ਗਰਮੀ ਪੈਣ ਕਰਕੇ ਉਹ ਸਮੁੰਦਰ ਦਾ ਪਾਣੀ ਵੀ ਗਰਮ ਹੋ ਜਾਂਦਾ ਹੈ। ਤੁਸੀਂ ਹੈਰਾਨ ਹੋਵੋਗੇ ਕਿ ਸਮੁੰਦਰ 'ਚ ਠੰਡੇ ਪਾਣੀ ਦੇ ਅਤੇ ਗਰਮ ਪਾਣੀ ਦੇ ਦਰਿਆ ਚੱਲਦੇ ਨੇ। ਤੁਸੀਂ ਕਹੋ ਵੱਟਾਂ, ਉਹ ਵੱਟਾਂ ਵੀ ਪਾਣੀ ਦੀਆਂ ਹੁੰਦੀਆਂ ਨੇ। ਆਪਣੇ ਦਰਿਆ ਨੇ ਇਹਦੀ ਵੱਟਾਂ ਦੀ ਮਿੱਟੀ ਦੀ ਹੁੰਦੀ ਨਾ ਸਾਈਡਾਂ ਕੰਢੇ। ਜਿਹੜੇ ਸਮੁੰਦਰ ਦੇ ਵਿੱਚ ਦਰਿਆ ਚੱਲਦੇ ਨੇ ਠੰਡੇ ਅਤੇ ਤੱਤੇ ਪਾਣੀ ਦੇ, ਉਹ ਵੱਟਾਂ ਪਾਣੀ ਦੀਆਂ ਹੁੰਦੀਆਂ ਨੇ। ਕਈ ਕਿਲੋਮੀਟਰ, ਸੈਂਕੜੇ ਕਿਲੋਮੀਟਰ ਚੌੜਾ ਪਾਣੀ ਜਿਹੜਾ ਠੰਡਾ ਪਾਣੀ ਚੱਲ ਰਿਹਾ ਹੈ। ਕਈ 100 ਕਿਲੋਮੀਟਰ ਚੌੜਾ ਗਰਮ ਪਾਣੀ ਚੱਲ ਰਿਹਾ ਹੈ। ਸੋ ਇਸ ਲਈ ਮਾਤਾ ਦੇ ਪੇਟ ਵਿੱਚ ਵੀ ਅੱਗ ਹੁੰਦੀ ਹੈ। ਪਰਮਾਤਮਾ ਬੱਚੇ ਨੂੰ ਫਿਰ ਨਾ ਉਹਦੇ ਆਲੇ ਦੁਆਲੇ ਜੇਰ ਹੁੰਦੀ ਹੈ। ਉਹਦੇ ਆਲੇ ਦੁਆਲੇ ਇੱਕ ਝਿੱਲੀ ਹੁੰਦੀ ਹੈ ਜਿਸ ਦੇ ਵਿੱਚ ਬੱਚਾ ਹੁੰਦਾ। ਮਾਤਾ ਦੇ ਜਿਹੜਾ ਧੁੰਨੀ ਰਾਹੀਂ ਜਿੱਥੇ ਨਾੜੂਆ ਹੁੰਦਾ, ਉਹ ਮਾਤਾ ਦੀ ਧੁੰਨੀ ਅਤੇ ਬੱਚੇ ਦੀ ਧੁੰਨੀ ਆਪਸ ਵਿੱਚ ਜੁੜੀ ਹੁੰਦੀ ਹੈ। ਇਸ ਲਈ ਮਾਤਾ ਦਾ ਖਾਧਾ ਪੀਤਾ ਬੱਚੇ ਤੱਕ ਪਹੁੰਚਦਾ ਰਹਿੰਦਾ ਹੈ। ਜਿਵੇਂ ਸਾਡਾ ਨਾਮ ਜਪਿਆ ਹੋਇਆ ਸਾਡੇ ਸਵਰਗਵਾਸੀ ਮਾਤਾ ਪਿਤਾ ਦੀ ਆਤਮਾ ਤੱਕ ਪਹੁੰਚਦਾ ਰਹਿੰਦਾ ਹੈ। ਜਿਉਂਦਿਆਂ ਵੀ ਪਹੁੰਚਦਾ ਹੈ ਅਤੇ ਮਰਨ ਤੋਂ ਬਾਅਦ ਵੀ ਉਹਨਾਂ ਤੱਕ ਪਹੁੰਚਦਾ ਰਹਿੰਦਾ ਹੈ। ਇਸ ਤਰ੍ਹਾਂ ਕਹਿੰਦੇ ਪਰਮਾਤਮਾ ਜਿਹੜਾ ਹੈ ਮਾਤਾ ਦੇ ਪੇਟ ਵਿੱਚ ਬੱਚੇ ਦੀ ਪਾਲਣਾ ਪੋਸ਼ਣਾ ਕਰਦਾ ਹੈ। ਇਸ ਲਈ ਇਹੋ ਜਿਹੇ ਪਰਮਾਤਮਾ ਨੂੰ ਨਹੀਂ ਭੁਲਾਉਣਾ ਚਾਹੀਦਾ। ਮਨੋਂ ਕਿਉਂ ਵਿਸਾਰੀਐ ਏਵੜ ਦਾਤਾ। ਏਵੜ ਹੁੰਦਾ ਏਡਾ ਵੱਡਾ, ਏਵੜ ਏਡਾ ਵੱਡਾ ਦਾਤਾ, ਜਿਹੜਾ ਦਾਤਾਂ ਦੇਣ ਵਾਲਾ ਹੈ, ਪਾਪ ਪਰਮਾਤਮਾ। ਏਡੇ ਵੱਡੇ ਪਰਮਾਤਮਾ ਨੂੰ ਮਨ ਤੋਂ ਨਹੀਂ ਵਿਸਾਰਨਾ ਚਾਹੀਦਾ। ਜੇ ਮੈਨੇ ਹੁੰਦਾ ਜਿਹੜਾ, ਜਜਨ ਸਹਿਰੀ ਜੇ ਦਾ ਮਤਲਬ ਜਿਹੜਾ ਅਗਨ ਮਹਿ ਆਹਾਰ ਪਹੁੰਚਾਵੇ। ਆਹਾਰ ਹੁੰਦਾ ਭੋਜਨ। ਜਿਹੜਾ ਮਾਤਾ ਦੇ ਪੇਟ ਦੀ ਅੱਗ ਵਿੱਚ ਵੀ ਬੱਚੇ ਨੂੰ ਭੋਜਨ ਪਹੁੰਚਾਉਂਦਾ ਹੈ, ਇਹੋ ਜਿਹੇ ਦਾਤਾ ਪਰਮਾਤਮਾ ਨੂੰ ਨਹੀਂ ਵਿਸਾਰਨਾ ਚਾਹੀਦਾ। ਉਹ ਮਾਤਾ ਦੇ ਪੇਟ ਵਿੱਚ ਬੱਚੇ ਨੂੰ ਭੋਜਨ ਪਹੁੰਚਾ ਰਿਹਾ, ਆਹਾਰ ਪਹੁੰਚਾ ਰਿਹਾ ਹੈ। ਸੋ ਕਦੇ ਇਹੋ ਜਿਹੇ ਪਰਮਾਤਮਾ ਨੂੰ ਕਦੇ ਨਹੀਂ ਭੁਲਾਉਣਾ ਚਾਹੀਦਾ। ਉਸ ਨੂੰ ਕਹਿ ਪੋ ਨਾ ਸਕੇ, ਜਿਸ ਨੂੰ ਆਪਣੀ ਲਿਵ ਲਾਵੇ। ਜਿਹਨੂੰ ਪਰਮਾਤਮਾ ਆਪਣੇ ਨਾਲ ਜੋੜ ਲੈਂਦਾ ਹੈ, ਭਾਵ ਜਿਸ ਮਨੁੱਖ ਦੀ ਲਿਵ ਪਰਮਾਤਮਾ ਨਾਲ ਲੱਗ ਜਾਂਦੀ ਹੈ, ਉਸ ਨੂੰ ਕੋਈ ਵੀ ਚੀਜ਼ ਛੋਹ ਨਹੀਂ ਸਕਦੀ। ਪੋ ਹੁੰਦਾ ਛੂਹਣਾ। ਕੋਈ ਵੀ ਮਾੜੀ ਚੀਜ਼ ਉਸ ਨੂੰ ਛੋਹ ਨਹੀਂ ਸਕਦੀ, ਭਾਵ ਕੋਈ ਵੀ ਉਸ ਦਾ ਨੁਕਸਾਨ ਨਹੀਂ ਕਰ ਸਕਦਾ। ਕਿਸ ਦਾ? ਜਿਹਦੀ ਪਰਮਾਤਮਾ ਨਾਲ ਲਿਵ ਲੱਗ ਗਈ ਹੈ। ਭਾਵ ਜਿਹੜਾ ਮਨ ਕਰਕੇ ਪਰਮਾਤਮਾ ਦੀ ਭਜਨ ਬੰਦਗੀ ਕਰ ਰਿਹਾ ਹੈ। ਲਿਵ ਉਦੋਂ ਲੱਗਦੀ ਹੈ ਜਦੋਂ ਅਸੀਂ ਮਨ ਕਰਕੇ ਨਾਮ ਜਪੀਏ। ਇੱਕ ਉਹਦੇ ਮੁੱਖ ਨਾਲ ਨਾਮ ਜਪੀਏ ਨਾ, ਮਨ ਬਾਜ਼ਾਰਾਂ 'ਚ ਫਿਰੀ ਜਾਂਦਾ, ਉਸ ਤਰ੍ਹਾਂ ਨਹੀਂ ਲਿਵ ਲੱਗਿਆ ਕਰਦੇ।
ਮਨ ਕਰਕੇ ਜਦੋਂ ਅਸੀਂ ਪਾਠ ਕਰਾਂਗੇ ਫਿਰ ਸਾਡੀ ਪਰਮਾਤਮਾ ਨਾਲ ਕਿਸੇ ਵੇਲੇ ਲਿਵ ਲੱਗ ਸਕਦੀ ਹੈ। ਜਿਹਦੀ ਪਰਮਾਤਮਾ ਨਾਲ ਲਿਵ ਲੱਗਦੀ ਹੈ ਉਸ ਨੂੰ ਕੋਈ ਵੀ ਚੀਜ਼ ਪੋ ਨਹੀਂ ਸਕਦੀ, ਛੋ ਨਹੀਂ ਸਕਦੀ, ਭਾਵ ਕੋਈ ਵੀ ਚੀਜ਼ ਉਸ ਦਾ ਨੁਕਸਾਨ ਨਹੀਂ ਕਰ ਸਕਦੀ। ਹੁਣ ਜਿਨ੍ਹਾਂ ਦੀਆਂ ਲਿਵ ਲੱਗੀਆਂ ਹੋਈਆਂ ਸਨ ਉਹੀ ਤੱਤੀਆਂ ਤਵੀਆਂ 'ਤੇ ਬੈਠੇ, ਉਹਨਾਂ ਹੀ ਬੰਦ ਕਟਵਾਏ, ਉਹਨਾਂ ਹੀ ਖੋਪਰੀਆਂ ਤੁਰਵਾਈਆਂ, ਉਹਨਾਂ ਨੇ ਬੱਚਿਆਂ ਦੇ ਟੁਕੜੇ ਕਰਵਾ ਕੇ ਗਲਾਂ 'ਚ ਹਾਰ ਪਵਾਏ ਹਨ। ਉਹੀ ਸਨ, ਉਹੀ ਚਰਖੜੀਆਂ 'ਤੇ ਚੜ੍ਹੇ। ਨਹੀਂ ਤਾਂ ਇੰਨੇ ਦੁੱਖ ਸਹਾਰਨਾ ਕੋਈ ਖਾਲਾ ਜੀ ਦਾ ਵਾੜਾ ਨਹੀਂ ਹੈ। ਖਾਲਾ ਜੀ ਦਾ ਵਾੜਾ, ਖਾਲਾ ਫਾਰਸੀ ਦਾ ਸ਼ਬਦ ਹੈ, ਮਾਸੀ ਨੂੰ ਕਹਿੰਦੇ ਆ। ਵਾੜਾ ਵੀ ਫਾਰਸੀ ਦਾ ਸ਼ਬਦ ਹੈ। ਘਰ, ਜਿਵੇਂ ਆਪਾਂ ਮਾਸੀ ਦੇ ਘਰ ਜਦੋਂ ਮਰਜ਼ੀ ਚਲੇ ਜਾਈਏ, ਮਾਸੀ ਕੌਣ ਦੀ? ਮਾਂ ਦੀ ਭੈਣ। ਮਾਸੀ ਨੂੰ ਜਦੋਂ ਮਰਜ਼ੀ ਮਿਲਣ ਚਲੇ ਜਾਓ ਤੇ ਕੋਈ ਨਾ ਥੋੜ੍ਹਾ ਵੀ ਕਾਕਾ ਤੂੰ ਕਿਉਂ ਆ ਗਏ? ਜਿਹੜਾ ਔਖਾ ਕੰਮ ਉਹਨੂੰ ਕਹਿੰਦੇ, ਇਹ ਕੋਈ ਖਾਲਾ ਜੀ ਦਾ ਵਾੜਾ ਨਹੀਂ ਹੈਗਾ, ਵੀ ਕੋਈ ਸੌਖਾ ਕੰਮ ਨਹੀਂ ਹੈਗਾ। ਸੋ ਇਸ ਲਈ ਜਿਹੜੀ ਲਿਵ ਲੱਗਣੀ ਹੈ ਪਰਮਾਤਮਾ ਨੂੰ ਮਨ ਕਰਕੇ ਯਾਦ ਕਰਨਾ, ਇਹ ਸੌਖਾ ਕੰਮ ਨਹੀਂ ਹੈ। ਇਹ ਉਹਨਾਂ ਦਾ ਹੀ ਮਨ ਲੱਗਦਾ ਜਿਨ੍ਹਾਂ ਨੇ ਪਿਛਲੇ ਜਨਮਾਂ 'ਚ ਬਹੁਤ ਭਜਨ ਬੰਦਗੀ ਕੀਤੀ ਹੁੰਦੀ ਹੈ। ਉਹਨਾਂ ਦੇ ਫਿਰ ਸੰਸਕਾਰ ਬਣ ਜਾਂਦੇ ਨੇ। ਉਹ ਸੰਸਕਾਰ ਫਿਰ ਸਾਡਾ ਸੁਭਾਅ ਬਣਦਾ ਹੈ। ਕਿਸੇ ਵੀ ਕੰਮ ਨੂੰ ਅਸੀਂ ਵਾਰੀ ਕਈ ਸਾਲ ਕਰਦੇ ਰਹੀਏ, ਉਹਦਾ ਸਾਡੇ ਮਨ 'ਤੇ ਇੱਕ ਪ੍ਰਭਾਵ ਪੈ ਜਾਂਦਾ ਪੱਕਾ। ਉਹਨੂੰ ਕਹਿੰਦੇ ਸੰਸਕਾਰ। ਉਹਦੇ ਸੰਸਕਾਰਾਂ ਦੇ ਅਨੁਸਾਰ ਫਿਰ ਸਾਡਾ ਸੁਭਾਅ ਬਣਦਾ ਹੈ। ਸੰਸਕਾਰਾਂ ਦੇ ਅਨੁਸਾਰ ਹੀ ਸਾਡੀ ਫਿਰ ਕਿਸਮਤ ਬਣਦੀ ਹੈ। ਜੋ ਅਸੀਂ ਦੁੱਖ ਸੁੱਖ ਭੋਗ ਰਹੇ, ਇਹ ਆਪਣੇ ਕਰਮਾਂ ਦਾ ਹੀ ਭੋਗ ਰਹੇ ਹਾਂ। ਕੈਮਿਊਨਿਜ਼ਮ ਵਾਲੇ ਇਸ ਗੱਲ ਨੂੰ ਨਹੀਂ ਮੰਨਦੇ, ਉਹ ਗੱਲ ਵੱਖਰੀ ਹੈ। ਹੁਣ ਇੱਕ ਅੰਨਾ ਹੈ, ਉਹਨੂੰ ਕਹੇ ਸੂਰਜ ਨਿਕਲਿਆ ਹੈ, ਕੋਈ ਸੂਰਜ ਨਹੀਂ ਹੁੰਦਾ, ਉਹਨੂੰ ਕਿਹੜਾ ਦਿਖਦਾ? ਨਹੀਂ ਭਾਈ, ਸੂਰਜ ਨਿਕਲਿਆ, ਜਿਹਨੇ ਮੈਨੂੰ ਵਿਖਾਓ। ਹੁਣ ਵੈਸੇ ਤੂੰ ਹੈ ਹੀ ਇੰਨਾ, ਤੈਨੂੰ ਸੂਰਜ ਕਿਵੇਂ ਕੋਈ ਵਿਖਾਏਗਾ? ਕਿਉਂ ਵਿਖਾਏਗਾ ਤੈਨੂੰ? ਇਸ ਲਈ ਬਹੁਤ ਸਾਰੇ ਲੋਕ ਰੱਬ ਨੂੰ ਨਹੀਂ ਮੰਨਦੇ। ਹੁਣ ਇਹ ਮਰਜ਼ੀ ਹੈ। ਉਹ ਕਹਿੰਦੇ ਕੋਈ ਕਰਮ ਫਿਲਾਸਫੀ ਨਹੀਂ ਹੁੰਦੀ, ਕੋਈ ਕਰਮ ਫਿਲਾਸਫੀ ਨਹੀਂ ਹੁੰਦੀ। ਇਹ ਤਾਂ ਬੇਇਨਸਾਫੀਆਂ ਸਰਕਾਰ ਕਰਦੀ ਹੈ, ਫਿਰ ਲੋਕ ਗਰੀਬ ਹੋ ਜਾਂਦੇ ਨੇ। ਇਹ 'ਚ ਵੀ ਕੋਈ ਸ਼ੱਕ ਨਹੀਂ। ਬੇਇਨਸਾਫੀਆਂ ਕਰਨ ਕਰਕੇ ਵੀ ਗਰੀਬੀ ਆ ਜਾਂਦੀ। ਮੰਨ ਲਓ ਸਰਕਾਰ ਰੋਜ਼ਗਾਰ ਹੀ ਨਹੀਂ ਦੇ ਰਹੀ ਅਤੇ ਫਿਰ ਲੋਕ ਭੁੱਖੇ ਹੀ ਮਰਨਗੇ, ਹੋਰ ਕੀ ਕਰਨਗੇ? ਆਪਣਾ ਕੋਈ ਕੰਮ ਕਰਨਾ ਚਾਹੁੰਦਾ ਹੈ ਤਾਂ ਫਿਰ ਉਹਨੂੰ ਕਰਜ਼ਾ ਦੇਵੇਗਾ, ਉਤਸ਼ਾਹਿਤ ਕਰੇਗਾ, ਉਹ ਕੋਈ ਚੀਜ਼ ਤਿਆਰ ਕਰੇਗਾ, ਕੋਈ ਖਰੀਦੇ ਤਾਂ ਖਰੀਦੇ। ਮੈਂ ਦੇਖਿਆ, ਮੈਂ ਆਪ ਕਿਸਾਨ ਵੀ ਸਰਕਾਰ ਕਿਸਾਨਾਂ ਨੂੰ ਤੁਸੀਂ ਜਿਹੜੀ ਆ ਚੌਲ ਕਣਕ ਛੱਡੋ ਜੀ, ਹੋਰ ਬੀਜੋ ਜੀ। ਉਹ ਕਹਿੰਦੇ ਅਸੀਂ ਬੀਜ ਲੈਣੇ ਜੀ, ਖਰੀਦੋਗੇ? ਉਹਦੇ ਚੁਪਕਾ ਰਹਿੰਦੇ ਨੇ। ਜਦੋਂ ਕਹਿੰਦੇ ਅਸੀਂ ਬੋਲੋ ਕੀ ਬੀਜੀਏ? ਸੂਰਜਮੁਖੀ ਬੀਜੀਏ, ਸਰੋਂ ਬੀਜੀਏ, ਬੋਲੋ ਗੰਨਾ ਬੀਜੀਏ, ਬੋਲੋ ਕੀ ਬੀਜੀਏ? ਖਰੀਦੋਗੇ? ਉਦੋਂ ਸਰਕਾਰ ਚੁੱਪ ਹੈ। ਫਿਰ ਵਾਲੇ ਕਿਉਂ ਬੀਜੇਗਾ? ਵੀ ਉਹਨੇ ਪਤਾ ਰੋਟੀ ਬਿਨਾਂ ਤਾਂ ਸਰਨਾ ਨਹੀਂ, ਦਾਣੇ ਤਾਂ ਖਰੀਦਣੇ। ਸਰਕਾਰ ਦੇਖੋ, ਰੋਟੀ ਬਿਨਾਂ ਕਿਸੇ ਦਾ ਨਹੀਂ ਸਰਦਾ। ਉਹ ਕਹਿੰਦੇ ਅਸੀਂ ਦਾਣੇ ਬੀਜੋ, ਇਹ ਤਾਂ ਖਰੀਦਣੇ, ਲੋਕਾਂ ਨੇ ਵੀ ਖਰੀਦਣੇ, ਸਰਕਾਰ ਨੇ ਵੀ ਖਰੀਦਣੇ। ਮਨੁੱਖ ਹਰ ਇੱਕ ਕੁਛ ਕਰਨ ਨੂੰ ਤਿਆਰ ਹੈ, ਅਗਰ ਉਹਦੀ ਸਹਾਇਤਾ ਕੀਤੀ ਜਾਵੇ। ਕਿਸਾਨ ਹਰ ਇੱਕ ਚੀਜ਼ ਕਰਨ ਨੂੰ ਤਿਆਰ ਹੈ। ਸ਼ਰਤ ਇੱਕੋ ਹੈ ਕਿ ਜੋ ਤੁਸੀਂ ਕਹਿੰਦੇ ਆ ਬੀਜ, ਉਹ ਬੀਜੂਗਾ। ਖਰੀਦਣਾ ਸਰਕਾਰ ਦਾ ਕੰਮ ਹੈ, ਖਰੀਦੋ। ਜੇ ਨਹੀਂ ਖਰੀਦਣਗੇ ਉਹ ਬੀਜਣੋਂ ਹਟ ਜਾਣਗੇ। ਅਗਲੇ ਭੁੱਖੇ ਥੋੜ੍ਹਾ ਮਰਨਾ। ਕੋਈ ਸਮਾਂ ਸੀ ਪੰਜਾਬ ਗੰਨਾ ਹੀ ਹੁੰਦਾ ਸੀ। ਹਾਂ, 25 ਮਿੱਲਾਂ ਲੱਗੀਆਂ ਪੰਜਾਬ 'ਚ ਗੰਨੇ ਦੀ। ਮਿੱਲਾਂ ਵਾਲੇ ਗੰਨਾ ਖਰੀਦ 3 ਸਾਲ ਪੈਸੇ ਹੀ ਨਹੀਂ ਦਿੱਤੇ। ਲੋਕ ਦੁਖੀ ਹੋ ਕੇ ਗੰਨਾ ਬੀਜਣੇ ਹਟ ਗਏ। ਇਸ ਲਈ ਇਹ 'ਚ ਕੋਈ ਸ਼ੱਕ ਨਹੀਂ ਹੈਗਾ ਕਿ ਜਿਹੜਾ ਹੈ ਸਰਕਾਰਾਂ ਰੁਜ਼ਗਾਰ ਨਾ ਦੇਣ ਕਾਰਨ ਅੱਜ ਮਨੁੱਖ ਗਰੀਬ ਦਿਨੋਂ ਦਿਨ ਹੁੰਦਾ ਜਾ ਰਿਹਾ ਹੈ। ਪਰ ਧਰਮ ਨਾਲ ਇਹ ਵੀ ਕਹਿੰਦਾ ਕਿ ਬਹੁਤ ਸਾਰੇ ਆਪਣੇ ਕਰਮਾਂ ਕਾਰਨ ਵੀ ਮਨੁੱਖ ਜਿਹੜਾ ਦੁਖੀ ਹੈ। ਦੇਖੋ, ਸਰਕਾਰ ਇਹ ਤਾਂ ਨਹੀਂ ਕਹੇ ਤੁਸੀਂ ਨਸ਼ੇ ਕਰੋ। ਕੀ ਸਰਕਾਰ ਨੇ ਕਿਹਾ ਸੀ ਵੀ ਤੁਸੀਂ ਦੇਸੀ ਸ਼ਰਾਬ ਪੀ ਕੇ ਮਰ ਜਾਓ? ਹੈ
ਸਰਕਾਰ ਕਹਿੰਦੇ ਅਸੀਂ ਠੇਕੇ ਖੋਲ੍ਹੇ ਤਾਂ ਪੀ ਲਓ। ਜੇ ਠੇਕੇ ਤੋਂ ਪੀ ਕੇ ਲੋਕ ਮਰੇ ਹੁੰਦੇ ਫਿਰ ਸਰਕਾਰ ਨੂੰ ਵਕਤ ਖੜਾ ਹੋ ਜਾਣਾ ਸੀ, ਤੁਹਾਡੀ ਸ਼ਰਾਬ ਪੀ ਕੇ ਮਰ ਗਏ। ਉਹ ਕਹਿੰਦੇ ਪਤਾ ਨਹੀਂ ਕਿਹਦੀ ਪੀ ਕੇ ਮਰ ਗਏ ਨੇ। ਗਲਤ ਸ਼ਰਾਬ ਪੀ ਕੇ ਵੀ ਮਰ ਗਏ ਨੇ, ਉਹਨਾਂ ਨੂੰ 10-10 ਲੱਖ ਰੁਪਏ ਦੇ ਰਹੇ ਨੇ ਵੀ ਕਾਹਦਾ ਬਈ, ਉਹਨਾਂ ਕੋਈ ਭਲਾ ਕੰਮ ਕੀਤਾ, ਕੋਈ ਸ਼ਹੀਦ ਹੋ ਗਏ ਨੇ, ਕੀ ਕੀਤਾ ਉਹਨਾਂ ਨੇ? ਗਲਤ ਸ਼ਰਾਬ ਪੀ ਕੇ ਮਰ ਗਏ ਨੇ, ਮਰ ਜਾਓ। ਹੁਣ ਮੈਂ ਸੜਕ ਤੁਰਿਆ ਜਾ ਰਿਹਾ, ਬੱਸ ਦੇ ਅੱਗੇ ਆ ਜਾਣਾ ਮੈਂ ਜਾਣ ਕੇ, ਮਰ ਗਏ, ਫਿਰ ਬੱਸ ਉੱਤੇ ਕਿਆ ਕਰੇਗਾ? ਸੋ ਇਸ ਲਈ ਮਨੁੱਖ ਆਪ ਹੀ, ਇਹ ਉਹਦੇ ਕਰਮ ਹੀ ਨੇ। ਮਨੁੱਖ ਆਪ ਹੀ ਸਹੀ ਕਰਮ ਨਹੀਂ ਕਰ ਰਿਹਾ, ਇਸ ਲਈ ਦੁੱਖ ਭੋਗ ਰਿਹਾ ਹੈ। ਸਹੀ ਕਰਮ ਕਰੋ। ਲੈ ਪੰਜਾਬ ਦੇ ਲੋਕ ਨਸ਼ੇ ਛੱਡ ਜਾਣ। ਸਰਕਾਰ ਤਾਂ ਸ਼ਰਾਬ ਨੂੰ ਨਸ਼ਾ ਨਹੀਂ ਗਿਣਦੀ ਕਿਉਂਕਿ ਇਹਨਾਂ ਨੂੰ ਆਮਦਨ ਹੈ। ਲੈ ਅੱਜ ਸ਼ਰਾਬ ਸਰਕਾਰ ਬੰਦ ਕਰੇ, ਕੱਲ੍ਹ ਭੁੱਖੀ ਮਰ ਜਾਏਗੀ ਗੌਰਮੈਂਟ ਤਾਂ। ਲੋਕ ਤਾਂ ਰੱਜ ਕੇ ਖਾਣ ਲੱਗ ਜਾਣਗੇ, ਸਰਕਾਰ ਭੁੱਖੀ ਮਰ ਜਾਏਗੀ। ਮੈਂ ਦਾਅਵੇ ਨਾਲ ਕਹਿਣਾ, ਕਰੋੜਾਂ ਰੁਪਏ, ਦੇਖੋ ਥੋੜ੍ਹਾ ਨਹੀਂ, 33 ਕਰੋੜ ਬੋਤਲਾਂ ਸ਼ਰਾਬ ਪੀਂਦੇ ਪੰਜਾਬ ਦੇ ਲੋਕ ਠੇਕੇ ਤੋਂ ਖਰੀਦ। 33 ਕਰੋੜ, 7 ਕਰੋੜ ਬੋਤਲਾਂ ਦੇਸੀ ਕੱਢ ਕੇ ਪੀਂਦੇ। 40 ਕਰੋੜ ਬੋਤਲ ਦਾ, ਜੇ ਇੱਕ ਬੋਤਲ ਦਾ ਭਾਅ ਤੁਸੀਂ 400-500 ਰੁਪਈਆ ਵੀ ਲਾ ਲਓ ਤਾਂ ਕਿੰਨੇ 100 ਕਰੋੜ ਦੀ ਸ਼ਰਾਬ ਪੀ ਗਏ। ਛੋਟਾ ਜਿਹਾ ਪੰਜਾਬ ਹੈ, ਅਰਬਾਂ ਰੁਪਏ ਦੇ ਇਕੱਲੇ ਸ਼ਰਾਬ ਪੀਂਦਾ ਹੈ, ਹੋਰ ਪਤਾ ਨਹੀਂ ਕੀ ਕੁਛ ਕਰਦਾ। ਅਤੇ ਆਪੇ ਭੁੱਖੇ ਨੰਗੇ ਹੋਣਾ, ਭੁੱਖੇ ਨੰਗੇ ਆਪੇ ਹੋਣਾ। ਧਰਮ ਇਹ ਤਾਂ ਨਹੀਂ ਕਹਿੰਦਾ ਵੀ ਤੁਸੀਂ ਗਲਤ ਕੰਮ ਕਰੋ, ਧਰਮ ਤਾਂ ਕਹਿੰਦੇ ਸਹੀ ਕੰਮ ਕਰੋ। ਸਹੀ ਕੰਮ ਕਰੋ, ਅਮੀਰ ਹੋ ਜਾਓ। 450 ਦਿਹਾੜੀ ਵਿੱਚ 100 ਦੀ ਸ਼ਰਾਬ ਪੀ ਜਾਣੀ, ਅਤੇ ਫਿਰ ਬੱਚੇ ਕੀ ਕਰਨਗੇ, ਕੀ ਖਾਣਗੇ? ਸੋ ਇਸ ਲਈ ਇਹ ਨਿਰਾ ਇਹ ਨਹੀਂ ਹੈਗਾ ਜੀ ਹਾਂ ਕਿ ਇਹ ਜੀ ਧਰਮ ਜਿਹੜਾ ਹੈ ਜੀ ਇਹ ਤਾਂ ਮਨੁੱਖ ਨੂੰ ਨਲਾਇਕ ਬਣਾਉਂਦਾ ਜੀ। ਕੋਈ ਇਹ ਤਾਂ ਫਲਾਣਾ ਕਰਦਾ ਜੀ। ਕਈ ਕਹਿੰਦੇ ਧਰਮ ਤਾਂ ਅਫੀਮ ਹੈ ਜੀ, ਧਰਮ ਤਾਂ ਅਫੀਮ ਹੈ, ਕਹਿੰਦੇ ਸਵਾਦ ਦਿੰਦੀ ਲੋਕਾਂ ਨੂੰ। ਧਰਮ ਤਾਂ ਸਗੋਂ ਜਾਗਰਤ ਕਰਦਾ ਹੈ। ਦੂਜੇ ਧਰਮਾਂ ਦਾ ਨਹੀਂ ਮੈਨੂੰ ਪਤਾ, ਪਰ ਜਿਹੜੀ ਗੁਰਬਾਣੀ ਹੈ ਇਹ ਤਾਂ ਸਾਨੂੰ ਜਾਗਰਤ ਕਰਦੀ, ਸੁਣਾਉਂਦੀ ਨਹੀਂ, ਸਾਨੂੰ ਜਾਗਰਤ ਕਰਦੀ। ਥਾਂ ਥਾਂ 'ਤੇ ਬਾਣੀ ਲਿਖਿਆ ਕਿ ਸਹੀ ਕੰਮ ਕਰੋ। ਕਿਤੇ ਵੀ ਲਿਖਿਆ ਤੁਸੀਂ ਗਲਤ ਕੰਮ ਕਰੋ। ਦਸਾਂ ਨੌਂ ਦੀ ਕਿਰਤ ਕਰੋ, ਨਾਮ ਜਪੋ, ਵੰਡ ਕੇ ਛਕੋ, ਚੋਰੀਆਂ ਨਾ ਕਰੋ, ਡਾਕੇ ਨਾ ਮਾਰੋ, ਠੱਗੀਆਂ ਨਾ ਕਰੋ, ਮਿਲਾਵਟਾਂ ਨਾ ਕਰੋ, ਧੋਖਾਧੜੀ ਨਾ ਕਰੋ, ਰਿਸ਼ਵਤਾਂ ਨਾ ਲਓ, ਪਲਾਟ ਨਾ ਦੱਬੋ, ਮਕਾਨ ਨਾ ਦੱਬੋ, ਕਿਸੇ ਕਰਜ਼ਾ ਲੈ ਕੇ ਮੁੱਕਰੋ ਨਾ, ਬਦਮਾਸ਼ੀਆਂ ਨਾ ਕਰੋ। ਕਿੰਨਾ ਕੁਝ ਬਾਣੀ ਕਹਿੰਦੀ ਹੈ। ਜੇ ਕਿਤੇ ਮਨੁੱਖ ਬਾਣੀ ਨੂੰ ਮੰਨ ਲਏ, ਅੱਜੇ ਸੁਖੀ ਹੋ ਸਕਦਾ ਹੈ। ਨਾ ਇਹਨੇ ਮੰਨਣਾ, ਨਾ ਇਹਨੇ ਸੁਖੀ ਹੋਣਾ। ਇੱਥੇ ਪਤਾ ਨਹੀਂ ਕਿੰਨੇ ਆ ਕੇ ਚਲੇ ਗਏ। ਇਹ ਬੰਦਾ ਉਹੇ ਜਿਹੀ ਹੈ, ਇਹਨੂੰ ਬਹੁਤਾ ਕੋਈ ਫਰਕ ਨਹੀਂ ਪੈਂਦਾ। ਤਾਂ ਕਹਿੰਦੇ ਨੇ ਇਹ ਮਨੁੱਖ ਜਿਹੋ ਜਿਹਾ ਸਤਯੁਗ ਸੀ ਉਹੋ ਜਿਹੇ ਕਲਯੁਗ 'ਚ ਇਹ ਮਨੁੱਖ ਨਹੀਂ ਬਦਲਦਾ ਹੈਗਾ। ਕੀ ਕਹਿੰਦਾ 5-10% ਬਦਲ ਗਏ, ਨਹੀਂ ਤਾਂ ਇਹ ਉਹੇ ਜਿਹੇ ਇਹ ਨਹੀਂ ਬਦਲਦੇ ਸੁਭਾਅ ਇਹਨਾਂ ਦੇ ਛੇਤੀ। ਇਸ ਲਈ ਗੁਰਬਾਣੀ ਕਹਿੰਦੇ ਜਿਨ੍ਹਾਂ ਦੀ ਲਿਵ ਪਰਮਾਤਮਾ ਨੂੰ ਲੱਗ ਜਾਂਦੀ ਹੈ ਨਾ, ਉਹਨੂੰ ਕੋਈ ਮਾੜੀ ਚੀਜ਼ ਪੋਹ ਨਹੀਂ ਸਕਦੀ, ਛੋਹ ਨਹੀਂ ਸਕਦੀ, ਉਹਦਾ ਕੋਈ ਨੁਕਸਾਨ ਨਹੀਂ ਕਰਦੀ। ਕਹੇ ਮੈਨੇ ਕੁਝ ਵੀ ਉਸ ਨੂੰ ਕਹੇ ਪੋਹ ਨਾ ਸਕੀ, ਉਸ ਨੂੰ ਕੁਝ ਵੀ ਛੂ ਨਹੀਂ ਸਕਦਾ। ਭਾਵ ਕੋਈ ਵੀ ਉਸ ਦੀ ਜਿਹੜਾ ਨੁਕਸਾਨ ਨਹੀਂ ਕਰ ਸਕਦਾ, ਜਿਸ ਨੂੰ ਆਪਣੀ ਲਿਵ ਲਾਵੇ, ਜਿਹਨੂੰ ਆਪਣੀ ਲਿਵ ਪਰਮਾਤਮਾ ਲਾਉਂਦਾ ਹੈ। ਆਪਣੀ ਲਿਵ ਆਪੇ ਲਾਏ, ਗੁਰਮੁਖ ਸਦਾ ਸੰਭਾਲੀਏ। ਜਦੋਂ ਅਸੀਂ ਗੁਰਮੁਖ ਬਣ ਕੇ, ਗੁਰਮੁਖ ਕੌਣ ਹੁੰਦਾ? ਜਿਹੜਾ ਗੁਰੂ ਦੇ ਆਖੇ ਲੱਗੇ। ਸ਼ਕਲ ਸੂਰਤ ਨਾਲ ਨਹੀਂ ਗੱਲ ਬਣਿਆ ਕਰਦੇ। ਸ਼ਕਲ ਸੂਰਤ ਤੋਂ, ਵੈਸੇ ਸ਼ਕਲ ਸੂਰਤ ਦੇ ਵਿੱਚ ਹੁਣ ਤਾਂ ਥੋੜ੍ਹੇ ਹੀ ਰਹਿ ਗਏ ਨੇ, ਹੁਣ ਥੋੜ੍ਹੇ ਹੀ ਰਹਿ ਗਏ ਨੇ। ਇੱਕ ਵਾਰੀ ਨਾ ਜਲੰਧਰ ਸਿੱਖ ਰੈਜੀਮੈਂਟ ਦੇ ਵਿੱਚ ਭਰਤੀ ਕਰਨੀ ਸੀ। ਉਹ ਛਪ ਗਿਆ ਬਈ ਸਾਰੇ ਜਿੰਨਾ ਨੌਜਵਾਨ ਆ ਜਾਓ ਫਲਾਣੇ ਗਰਾਊਂਡ 'ਚ, ਸਿੱਖ ਰੈਜੀਮੈਂਟ ਭਰਤੀ ਹੋਣਾ। ਸਿੱਖ ਰੈਜੀਮੈਂਟ ਭਰਤੀ ਹੋਣ ਲਈ ਸਿੱਖ ਚਾਹੀਦੇ ਨੇ, ਸਿੱਖ ਚਾਹੀਦੇ ਨੇ। ਲਓ ਜੀ, ਵੱਡਾ ਅਫਸਰ ਜਿਹੜਾ ਹੈ ਉਹ ਖੜ੍ਹਾ ਹੋ ਗਿਆ, ਸਪੀਕਰ ਲੱਗਾ ਹੋਇਆ ਸੀ। ਉਹਨੇ ਅਨਾਊਂਸਮੈਂਟ ਕੀਤੀ, 70,000 ਨੌਜਵਾਨ ਪਹੁੰਚਿਆ।
5000 ਉਹਨਾਂ 'ਚੋਂ ਸਿਲੈਕਟ ਕਰਨਾ ਸੀ ਸਿੱਖ ਰੈਜੀਮੈਂਟ ਲਈ, 70,000 ਪਹੁੰਚ ਗਏ। ਉਹ ਆਫੀਸਰ ਕਹਿੰਦਾ ਵੀ ਆਪਣੇ ਆਪਣੇ ਪਰਨੇ ਜਿਨ੍ਹਾਂ ਸਿਰ 'ਤੇ ਬੰਨ੍ਹਣੇ ਲਾ ਲਓ, ਲਾ ਲਏ। ਅੱਛਾ, ਜਿਨ੍ਹਾਂ ਦੇ ਸਿਰ 'ਤੇ ਜੂੜਾ ਹੈ ਉਹ ਅੱਗੇ ਆ ਜਾਓ, ਬਾਕੀ ਪਿੱਛੇ ਚਲੇ ਜਾਓ। ਤੁਸੀਂ ਹੱਕੇ ਬੱਕੇ ਹੋ ਜਾਓਗੇ ਇਹ ਸੁਣ ਕੇ ਕਿ ਸਿਰਫ 500, 70,000 ਵਿੱਚੋਂ ਸਿਰਫ 500 ਮੁੰਡੇ ਅੱਗੇ ਆਏ ਜਿਨ੍ਹਾਂ ਦੇ ਸਿਰ 'ਤੇ ਜੂੜਾ ਸੀ। ਉਹ ਕਹਿੰਦੇ ਤੁਹਾਨੂੰ ਬਾਕੀਆਂ ਨੂੰ ਕਿਉਂ ਹਟਾਤਾ ਹੈ? ਕਹਿੰਦੇ ਤੁਹਾਨੂੰ ਪਤਾ ਨਹੀਂ ਵੀ ਸਿੱਖ ਰੈਜੀਮੈਂਟ 'ਚ ਭਰਤੀ ਕਰਨ 'ਤੇ ਸਿੱਖ ਚਾਹੀਦਾ ਹੈ, ਅਤੇ ਸਿੱਖ ਦੇ ਜੂੜੇ ਤੋਂ ਹੀ ਪਤਾ ਲੱਗੂ। ਉਂਝ ਕੀ ਪਤਾ ਲੱਗੇਗਾ? ਉਂਝ ਕੀ ਪਤਾ ਲੱਗੇਗਾ ਵੀ ਇੱਕ ਹਿੰਦੂ ਵੀ ਖੜ੍ਹਾ ਅਤੇ ਇੱਕ ਸਰਦਾਰ ਨੇ ਵੀ ਸਿਰ ਮਨਾ ਕੇ ਦੋਨੋਂ ਖੜ੍ਹੇ ਨੇ, ਕੌਣ ਉਹਨਾਂ ਨੂੰ ਸਿੱਖ ਕਹਿ ਦੇਗਾ? ਸਿੱਖ ਦੀ ਪਹਿਚਾਣ ਹੀ ਜੂੜੇ ਤੋਂ ਹੈ। ਅਤੇ ਕਹਿੰਦੇ ਤੁਸੀਂ 500 'ਤੇ ਸਿਲੈਕਟ ਹੋ ਅਤੇ ਬਾਕੀ 4500 ਹੁਣ ਕਿੱਥੋਂ ਲਿਆਈਏ? ਇਹ ਤਾਂ 5000 ਭਰਤੀ ਕਰਨ ਆਏ ਸੀ, ਆਹ ਮਿਲੇ ਹੀ 500 ਨੇ। ਅੱਜ ਤਾਂ ਸ਼ਕਲ ਸੂਰਤ ਦੇ ਵੀ ਗੁਰਮੁਖ ਨੇ ਰਹੇ, ਉਂਝ ਕਿੱਥੇ ਗੁਰਮੁਖ? ਉਂਝ ਦਾ ਪਤਾ ਨਹੀਂ, ਕੋਈ ਲੱਖਾਂ 'ਚ ਇੱਕ ਅੱਧਾ ਗੁਰਮੁਖ ਹੋਵੇਗਾ ਜਿਹੜਾ ਗੁਰੂ ਦੇ ਆਖੇ ਲੱਗਦਾ ਹੋਵੇ। ਆਪਣੀ ਲਿਵ ਆਪੇ ਲਾਏ ਗੁਰਮੁਖ ਸਦਾ ਸੰਭਾਲੀਏ। ਗੁਰਮੁਖ ਬਣ ਕੇ ਭਾਵ ਗੁਰੂ ਦੇ ਆਖੇ ਲਾ ਕੇ ਸਦਾ ਰੱਬ ਨੂੰ ਯਾਦ ਕਰਦੇ ਰਹਿਣਾ ਚਾਹੀਦਾ। ਫਿਰ ਕੀ, ਜਦੋਂ ਆਪਾਂ ਕਰਦੇ ਰਹਾਂਗੇ ਸਾਡੀ ਲਿਵ ਪਰਮਾਤਮਾ ਆਪੇ ਲਾ ਦੇਗਾ। ਉਹਨੂੰ ਪਤਾ ਲੱਗ ਜਾਏਗਾ ਕਿ ਇਹ ਲੱਗਾ ਭਾਈ ਤਨੋਂ ਮਨੋਂ, ਉਹ ਕਿਰਪਾ ਕਰ ਦੇਗਾ। ਜਦੋਂ ਆਪਾਂ ਤਨੋਂ ਮਨੋਂ ਹੋ ਕੇ ਪਰਮਾਤਮਾ ਵਾਲੇ ਪਾਸੇ ਲੱਗਾਂਗੇ ਫਿਰ ਪਰਮਾਤਮਾ ਕਿਰਪਾ ਕਰ ਦਿੰਦਾ। ਕਿਸੇ ਪਾਸੇ ਵੀ ਤਨ ਕਰਕੇ ਮਨ ਕਰਕੇ ਤੁਸੀਂ ਲੱਗ ਜਾਓ, ਤੁਹਾਨੂੰ ਸਫਲਤਾ ਮਿਲੇਗੀ। ਜੇ ਟੁੱਟੇ ਜੇ ਮਨ ਨਾਲ, ਹੁਣ ਬੱਚਾ ਪੇਪਰ ਦੇਣ ਜਾ ਰਿਹਾ, ਉਹ ਕਹਿੰਦਾ ਪਤਾ ਨਹੀਂ ਪਾਸ ਹੋਵਾਂਗਾ ਕਿ ਨਹੀਂ ਹੋਵਾਂਗਾ। ਵੀ ਦੱਸ, ਜਿਹਨੂੰ ਵਿਸ਼ਵਾਸ ਹੀ ਨਹੀਂ ਉਹਨੇ ਪਾਸ ਕੀ ਸੁਆਹ ਹੋਣਾ? ਤੁਸੀਂ ਸਾਲ ਭਰ ਮਿਹਨਤ ਕੀਤੀ ਹੈ, ਤੁਹਾਨੂੰ ਕੌਨਫੀਡੈਂਸ ਹੋਣਾ ਚਾਹੀਦਾ, ਤੁਹਾਨੂੰ ਵਿਸ਼ਵਾਸ ਹੋਣਾ ਚਾਹੀਦਾ ਮੈਂ ਸਾਰਾ ਸਾਲ ਪੜ੍ਹਦਾ ਰਿਹਾ, ਮੈਂ ਪਾਸ ਹੋਵਾਂਗਾ। ਡਾਕਟਰ ਕੀ ਕਰਦੇ ਨੇ? ਆ ਕਈ ਡਿਪਰੈਸ਼ਨ ਹੋ ਜਾਂਦਾ ਹੈ, ਹੋਰ ਮਰੀਜ਼ ਹੁੰਦੇ ਨੇ, ਡਾਕਟਰ ਇਹੀ ਕਹਿੰਦੇ ਤੁਸੀਂ ਰਾਤ ਨੂੰ ਸੌਣ ਵੇਲੇ ਕਹਿਣਾ ਮੈਂ ਤੰਦਰੁਸਤ ਹੋ ਜਾਵਾਂਗਾ, ਮੈਂ ਤੰਦਰੁਸਤ ਹੋ ਜਾਵਾਂਗਾ, ਮੈਂ ਤੰਦਰੁਸਤ ਹੋ ਜਾਵਾਂਗਾ, ਮੈਂ ਤੰਦਰੁਸਤ ਹੋ ਜਾਵਾਂਗਾ, ਮੈਂ ਤੰਦਰੁਸਤ ਹਾਂ, ਮੈਂ ਤੰਦਰੁਸਤ ਹਾਂ, ਮੈਂ ਤੰਦਰੁਸਤ ਹਾਂ, ਮੈਂ ਤੰਦਰੁਸਤ ਹਾਂ, ਮੈਂ ਤੰਦਰੁਸਤ ਹਾਂ। ਅਤੇ ਅਸੀਂ ਕਹਿੰਦੇ ਸੌਂ ਜਾਓ ਅਤੇ ਕੁਝ ਦਿਨਾਂ ਬਾਅਦ ਤੁਸੀਂ ਤੰਦਰੁਸਤ ਹੋ ਜਾਓਗੇ। ਕਿਉਂ? ਤੁਹਾਡੀ ਜੀ ਅੰਤਰ ਪ੍ਰੇਰਨਾ ਇਹ ਬੜੀ ਜ਼ਬਰਦਸਤ ਚੀਜ਼ ਹੁੰਦੀ ਹੈ। ਡਿਪਰੈਸ਼ਨ ਕੁਝ ਹੀ ਦਿਨਾਂ 'ਚ ਖਤਮ ਹੋ ਜਾਏਗਾ। ਮੈਂ ਤੰਦਰੁਸਤ ਹਾਂ, ਮੈਂ ਤੰਦਰੁਸਤ ਹਾਂ, ਮੈਂ ਤੰਦਰੁਸਤ ਹਾਂ, ਮੈਂ ਤੰਦਰੁਸਤ ਹਾਂ, ਐਂ ਕਰਦੇ ਕਰਦੇ ਸੌਂ ਜਾਓ, ਕੁਝ ਦਿਨ ਤੁਸੀਂ ਤੰਦਰੁਸਤ ਹੋ ਜਾਓਗੇ। ਗੱਲ ਤਾਂ ਕਿਸੇ ਪਾਸੇ ਨੂੰ ਲੱਗਿਆ, ਮਿਹਨਤ ਕੀਤਿਆਂ ਸਭ ਕੁਝ ਹੋ ਸਕਦਾ ਹੁੰਦਾ। ਇਹਨੂੰ ਕਹਿੰਦੇ ਸੈਲਫ ਪ੍ਰੇਰਨਾ। ਇੱਕ ਤਾਂ ਸਾਨੂੰ ਦੂਜਾ ਪ੍ਰੇਰਨਾ ਕਰਦਾ। ਆਪਾਂ ਹਸਪਤਾਲ ਚਲੇ ਗਏ, ਡਾਕਟਰ ਜਿਹੜਾ ਹੈ ਕਦੇ ਮਰੀਜ਼ ਦਾ ਹੌਸਲਾ ਨਹੀਂ ਢਾਉਂਦਾ। ਉਹ ਕਹਿੰਦਾ ਆ ਗਿਆ ਭਾਈ, ਤੂੰ ਕਿਉਂ ਨਹੀਂ ਠੀਕ ਹੋ ਜਾਏਗਾ? ਉਹ ਭਾਈ ਤੂੰ ਠੀਕ ਹੋ ਜਾਏਗਾ, ਫਿਕਰ ਨਾ ਕਰ, ਅਸੀਂ ਤੈਨੂੰ ਠੀਕ ਹੈ ਟੱਲੀਆਂ ਕਰਕੇ ਘਰ ਭੇਜਾਂਗੇ। ਉਹ ਚੜ੍ਹਦੀਆਂ ਕਲਾ 'ਚ ਤਾਂ ਹੌਲੀ ਹੌਲੀ ਮਰੀਜ਼ ਹੌਲੀ ਹੌਲੀ ਚੜ੍ਹਦੀਆਂ ਕਲਾ 'ਚ ਜਾਂਦਾ ਹੈ। ਸੋ ਇਸ ਲਈ ਕਦੇ ਵੀ ਡਾਕਟਰ ਮਰੀਜ਼ ਦੇ ਸਾਹਮਣੇ ਇਹ ਨਹੀਂ ਕਹਿੰਦਾ ਨਹੀਂ ਜੀ ਇਹਦੇ ਬਚਣ ਦੀ ਕੋਈ ਸੰਭਾਵਨਾ ਨਹੀਂ ਹੈ। ਨੋ, ਉਹਨਾਂ ਨੂੰ ਮਾਂ ਪਿਓ ਨੂੰ ਰਿਸ਼ਤਾ ਉਹਨਾਂ ਨੂੰ ਅੱਡ ਸੱਦ ਕੇ ਤਾਂ ਕਹਿੰਦੇ ਇਹਦੇ ਬਚਣ ਦੀ ਸੰਭਾਵਨਾ ਕੋਈ ਨਹੀਂ ਹੈਗੀ, ਪਰ ਕਦੇ ਮਰੀਜ਼ ਦੇ ਸਾਹਮਣੇ ਨਹੀਂ ਕਹਿੰਦਾ ਇਹਦੇ ਬਚਣ ਦੀ ਕੋਈ ਸੰਭਾਵਨਾ ਨਹੀਂ ਹੈਗੀ। ਇਹਨੂੰ ਕਹਿੰਦੇ ਪ੍ਰੇਰਨਾ। ਉਹਦੇ ਡਾਕਟਰ ਦੀ ਪ੍ਰੇਰਨਾ ਇੱਕ ਹੁੰਦੀ ਆਪਣੇ ਵੱਲੋਂ ਪ੍ਰੇਰਨਾ, ਆਪਣੇ ਆਪ ਨੂੰ ਦੇਈ ਜਾਣਾ। ਸੋ ਗੁਰੂ ਮਹਾਰਾਜ ਕਹਿੰਦੇ ਕਹੈ ਨਾ ਸਾਡਾ ਕੰਮ ਹੈ ਗੁਰਮੁਖ ਸਦਾ ਸੰਭਾਲੀਐ। ਗੁਰਮੁਖ ਬਣ ਕੇ ਗੁਰੂ ਦੇ ਆਖੇ ਲੱਗ ਕੇ ਰੱਬ ਨੂੰ ਯਾਦ ਕਰੀ ਜਾਣਾ, ਕਰੀ ਜਾਣਾ, ਕਰੀ ਜਾਣਾ। ਆਪਣੀ ਲਿਵ ਆਪੇ ਲਾਏ, ਫਿਰ ਆਪਣੀ ਲਿਵ ਆਪੇ ਲਾ ਦੇਗਾ। ਕਹੈ ਨਾਨਕ ਏਵੜ ਦਾਤਾ ਸੋ ਕਿਉ ਮਨੋ ਵਿਸਾਰੀਐ। ਇਸ ਲਈ ਗੁਰੂ ਮਹਾਰਾਜ ਕਹਿੰਦੇ ਐਡੇ ਵੱਡੇ ਦਾਤੇ ਨੂੰ, ਪਰਮਾਤਮਾ ਨੂੰ ਕਦੇ ਵੀ ਮਨ ਤੋਂ ਨਹੀਂ ਵਿਸਾਰਨਾ ਚਾਹੀਦਾ। ਭਾਵ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਕਿ ਸਾਡੇ ਲਈ ਉਹ ਇੰਨਾ ਕੁਛ ਕਰ ਰਿਹਾ ਹੈ। ਸਾਨੂੰ ਅਕਿਰਤ ਘਾਣ ਨਹੀਂ ਹੋਣਾ ਚਾਹੀਦਾ। ਕੋਈ ਵੀ ਸਾਡੇ ਭਲੇ ਲਈ ਕੰਮ ਕਰਦਾ, ਸਾਡਾ ਫਰਜ਼ ਬਣਦਾ ਉਹਦੇ ਧੰਨਵਾਦੀ ਹੋਣਾ। ਅੰਗਰੇਜ਼ਾਂ ਦਾ ਤੁਸੀਂ ਥੋੜ੍ਹਾ ਜਿਹਾ ਵੀ ਕੰਮ ਕਰ ਦਿਓ, ਕੁਝ ਵੀ ਤੁਸੀਂ ਸਵਾਰ ਦਿਓ, ਕੁਝ ਵੀ ਹੈਲਪ ਕਰ ਦਿਓ,
ਉਹ ਤੁਹਾਨੂੰ ਇੱਕਦਮ ਕਹੇ ਥੈਂਕ ਯੂ ਸਰ, ਥੈਂਕ ਯੂ ਮੈਡਮ, ਧੰਨਵਾਦ ਕਰਦੇ ਤੁਹਾਡਾ। ਅੱਗੇ ਕਹਿੰਦੇ ਜੈਸੀ ਅਗਨ ਉਦਰ ਮੈਂ ਤੈਸੀ ਬਾਹਰ ਮਾਇਆ, ਮਾਇਆ ਅਗਨ ਸਭ ਇੱਕੋ ਜਿਹੀ, ਕਰਤਾ ਖੇਲ ਰਚਾਇਆ। ਜਾਂ ਤਿਸ ਭਾਣਾ ਤਾਂ ਜੰਮਿਆ, ਪਰਿਵਾਰ ਭਲਾ ਭਾਇਆ। ਲਿਵ ਛੁੜਕੀ ਲੱਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ। ਇਹ ਮਾਇਆ ਜਿਤ ਹਰ ਵਿਸਰੈ, ਮੋਹ ਉਪਜੈ ਭਾਉ ਦੂਜਾ ਲਾਇਆ। ਕਹੈ ਨਾਨਕ ਗੁਰ ਪ੍ਰਸਾਦੀ, ਜਿਨ੍ਹਾਂ ਲਿਵ ਲਾਗੀ ਤਿਨੀ ਵਿੱਚੇ ਮਾਇਆ ਪਾਇਆ। ਕਹਿੰਦੇ ਜੈਸੀ ਅਗਨ ਉਦਰ ਮੈਂ, ਜਿਹੋ ਜੀ ਅੱਗ ਮਾਤਾ ਦੇ ਪੇਟ 'ਚ ਨਾ, ਤੈਸੀ ਬਾਹਰ ਮਾਇਆ। ਇਹ ਮਾਇਆ ਵੀ ਅੱਗ ਹੈ, ਮਾਤਾ ਦੇ ਪੇਟ 'ਚ ਵੀ ਅੱਗ ਹੈ, ਬਾਹਰ ਵੀ ਅੱਗ ਹੈ। ਪਹਿਲਾ ਬੱਚਾ ਮਾਂ ਦੇ ਪੇਟ 'ਚ 9 ਮਹੀਨੇ ਰਿਹਾ, ਬਾਕੀ ਸਾਰੀ ਉਮਰ ਮਾਇਆ ਦੀ ਅੱਗ 'ਚ ਰਿਹਾ। ਇਹ ਵੀ ਅੱਗ ਹੈ। ਕਿਉਂ? ਮਾਇਆ ਤ੍ਰਿਸ਼ਨਾ ਪੈਦਾ ਕਰਦੀ ਹੈ, ਤ੍ਰਿਸ਼ਨਾ ਪੈਦਾ ਕਰਦੀ, ਅਤੇ ਤ੍ਰਿਸ਼ਨਾ ਆਪਣੇ ਆਪ 'ਚ ਅੱਗ ਹੈ। ਤ੍ਰਿਸ਼ਨਾ ਜਿਹੜੀ ਹੈ ਇਹ ਜਿੰਨਾ ਚਿਰ ਪੂਰੀ ਨਹੀਂ ਹੁੰਦੀ, ਇਹ ਬੰਦਾ ਬੜਾ ਔਖਾ ਹੁੰਦਾ ਹੈ, ਤਰਲੋ ਮੱਛੀ ਹੁੰਦਾ ਰਹਿੰਦਾ ਹੈ। ਤੁਹਾਡੇ ਮਨ 'ਚ ਆ ਗਿਆ ਫੌਰਨ ਜਾਣਾ ਹੈ, ਜਾ ਸਕਦੇ ਨਹੀਂ ਕਿਸੇ ਕਾਰਨ, ਕਰੋਨਾ ਹੈ, ਬਾਹਰਲੇ ਦੇਸ਼ਾਂ ਨੇ ਬੰਦ ਕਰ ਦਿੱਤਾ ਹੈ, ਬੜੇ ਬੱਚੇ ਤਰਲੋ ਮੱਛੀ ਹੋ ਰਹੇ ਨੇ। ਕਦੋਂ ਹਟੇ, ਕਦੋਂ ਅਸੀਂ ਬਾਹਰ ਜਾਈਏ? ਤ੍ਰਿਸ਼ਨਾ ਨਾ, ਉਹ ਤ੍ਰਿਸ਼ਨਾ ਕਰਕੇ ਦੁਖੀ ਹੋ ਰਹੇ ਨੇ। ਇਹ ਨਹੀਂ ਕੋਈ ਇੱਥੇ ਇਹਨਾਂ ਨੂੰ ਰੋਟੀ ਨਹੀਂ ਖਾਣ ਨੂੰ ਮਿਲ ਰਹੀ, ਇੱਥੇ ਬਿਨਾਂ ਕੰਮ ਕੀਤੇ ਰੋਟੀ ਖਾਣ ਨੂੰ ਮਿਲ ਰਹੀ ਹੈ। ਬਾਹਰ 8 ਘੰਟੇ ਤੁਸੀਂ ਕੰਮ ਕਰੋਗੇ ਤਾਂ ਤੁਹਾਨੂੰ ਖਾਣ ਨੂੰ ਰੋਟੀ ਮਿਲੇਗੀ। ਜੇ ਤੁਸੀਂ ਪਰਿਵਾਰ ਦੇ ਕਿਸੇ ਜੀਅ ਨੂੰ ਰੋਟੀ ਖਵਾਉਣੀ ਹੈ ਤਾਂ 4 ਘੰਟੇ ਹੋਰ ਕੰਮ ਕਰਨਾ ਪਏਗਾ। ਮੰਨ ਲਓ ਤੁਸੀਂ ਹੋ ਅਤੇ ਤੁਹਾਡੀ ਘਰਵਾਲੀ ਹੈ, ਤੁਸੀਂ 8 ਘੰਟੇ ਡਿਊਟੀ ਦੇ ਕੇ ਆਪਣੀ ਘਰਵਾਲੀ ਨੂੰ ਰੋਟੀ ਨਹੀਂ ਖਵਾ ਸਕਦੇ। ਜੇ ਦੋਨਾਂ ਨੇ ਰੋਟੀ ਖਾਣੀ ਹੈ, ਜਾਂ ਤਾਂ ਦੋਨੋਂ ਕੰਮ ਕਰੋ ਅਤੇ ਜਾਂ ਫਿਰ ਇੱਕ ਬੰਦਾ 12 ਘੰਟੇ ਕੰਮ ਕਰੋ, ਤਾਂ ਦੋਨੋਂ ਰੋਟੀ ਖਾਣ ਨੂੰ ਮਿਲੇਗੀ। ਹਿੰਦੁਸਤਾਨ ਤਾਂ ਸ਼ਾਹੀ ਦੇਸ਼ ਹੈ, ਇੱਥੇ ਤਾਂ ਇੱਕ ਕਮਾਉਂਦਾ 4 ਖਾਂਦੇ ਨੇ, ਉੱਥੇ ਇੱਕ ਕਮਾਉਂਦਾ ਇੱਕੋ ਹੀ ਖਾਂਦਾ। ਇਹ ਖਿਆਲ ਰੱਖਣਾ ਜਾਣ ਵਾਲੇ ਨੇ। ਜਾਓ ਬੜੀ ਖੁਸ਼ੀ ਨਾਲ, ਕਿਉਂਕਿ ਨੱਕ ਨੱਥ ਖਸਮ ਹੱਥ, ਕਿਰਤ ਧੱਕੇ ਦੇ, ਜਹਾਂ ਦਾਣੇ ਤਹਾਂ ਖਾਣੇ, ਨਾਨਕਾ ਸੱਚ ਹੈ। ਗੁਰੂ ਅੰਗਦ ਦੇਵ ਮਹਾਰਾਜ ਕਹਿੰਦੇ ਭਾਈ ਜਿੱਥੇ ਦਾਣਾ ਪਾਣੀ ਕਿਤੇ ਲਿਖਿਆ ਉਹਨੇ ਉੱਥੇ ਜਾਣਾ ਹੀ ਜਾਣਾ ਹੈ। ਸੋ ਸਾਡਾ ਦਾਣਾ ਪਾਣੀ ਸਾਨੂੰ ਲੈ ਕੇ ਜਾਂਦਾ ਹੈ, ਬਾਕੀ ਕਿਸਮਤ ਨਾਲ ਹੀ ਜਾਣੀ ਹੈ। ਚੰਗੀ ਕਿਸਮਤ ਹੈ, ਜਿੱਥੇ ਵੀ ਚਲੇ ਜਾਓਗੇ ਉੱਥੇ ਹੀ ਮੌਜਾਂ, ਇੱਥੇ ਰਹੋ ਚਾਹੇ ਬਾਹਰ ਜਾਓ। ਅਤੇ ਜੇ ਮੰਦੀ ਕਿਸਮਤ ਇੱਥੇ ਵੀ ਰੋਈ ਜਾਓ ਅਤੇ ਬਾਹਰ ਵੀ ਰੋਈ ਪਿੱਟੀ ਜਾਓ। ਇਸ ਲਈ ਇਹ ਮਾਇਆ ਵੀ ਅਗਨੀ ਹੈ। ਜੈਸੀ ਅਗਨ ਉਦਰ ਮੈਂ ਤੈਸੀ ਬਾਹਰ ਮਾਇਆ। ਜਿਹੋ ਜੀ ਅੱਗ ਮਾਤਾ ਦੇ ਪੇਟ ਵਿੱਚ ਹੈ, ਇਹ ਸਮਝੋ ਇਹ ਮਾਇਆ ਵੀ ਅੱਗ ਹੈ। ਮਾਇਆ ਅਗਨ ਸਭ ਇੱਕੋ ਜਿਹੀ। ਇਹ ਮਾਇਆ ਅਤੇ ਅੱਗ ਜਿਹੜੀ ਮਾਤਾ ਦੇ ਪੇਟ ਦੀ ਇੱਕੋ ਜਿਹੀ ਹੈ। ਕਰਤਾ ਖੇਲ ਰਚਾਇਆ। ਇਹ ਤਾਂ ਪਰਮਾਤਮਾ ਦਾ ਖੇਲ ਹੈ ਬਈ, ਉਹ ਤਾਂ ਖੇਲ ਹੈ। ਮਾਤਾ ਦੇ ਪੇਟ 'ਚ ਵੀ ਅੱਗ, ਅਤੇ ਬਾਹਰ ਵਿਚਾਰਾ ਆ ਗਿਆ ਮਾਤਾ ਦੇ ਪੇਟ ਤੋਂ, ਅਤੇ ਹੁਣ ਵੀ ਅੱਗ 'ਚ ਹੈ, ਹੁਣ ਵੀ ਅੱਗ 'ਚ ਹੈ। ਜਾਂ ਤਿਸ ਭਾਣਾ ਤਾਂ ਜੰਮਿਆ, ਜਾਂ ਮੈਨੇ ਜਦੋਂ ਤਿਸ ਭਾਣਾ ਪਰਮਾਤਮਾ ਨੂੰ ਚੰਗਾ ਲੱਗਾ ਤਾਂ ਜੰਮਿਆ, ਬੱਚਾ ਪੈਦਾ ਹੋਇਆ। ਜਦੋਂ ਪਰਮਾਤਮਾ ਨੂੰ ਚੰਗਾ ਲੱਗਾ ਇਹ ਬੱਚਾ ਪੈਦਾ ਹੋਇਆ, ਪਰਿਵਾਰ ਭਲਾ ਭਾਇਆ। ਪਰਿਵਾਰ ਨੂੰ ਬੜਾ ਚੰਗਾ ਲੱਗਾ, ਭਲਾ ਮੈਨੂੰ ਚੰਗਾ ਭਾਇਆ ਮੈਨੂੰ ਲੱਗਾ। ਪਰਿਵਾਰ ਨੂੰ ਬੜੀ ਖੁਸ਼ੀ ਹੋਈ, ਪੁੱਤਰ ਹੋਇਆ, ਕੋਈ ਧੀ ਹੋਈ ਹੈ, ਬੱਚਾ ਹੋਇਆ। ਜੇ ਤਾਂ ਬੜੇ ਸਾਲਾਂ ਬਾਅਦ ਬੱਚਾ ਹੋਵੇ ਫਿਰ ਤਾਂ ਕੁੜੀ ਵੀ ਹੋ ਗਈ ਤਾਂ ਵੀ ਖੁਸ਼ੀ, ਅਤੇ ਜੇ ਵਿਆਹ ਤੋਂ ਅਗਲੇ ਸਾਲ ਹੀ ਕੁੜੀ ਹੋ ਗਈ ਨਾ ਤਾਂ ਫਿਰ ਫਿਰ ਉਹ ਮੁੰਡਾ ਨਹੀਂ ਹੋਇਆ। ਇੱਕ ਕਹਿੰਦੀ ਫੋਰਨ ਕੰਟਰੀ ਵਿੱਚ ਟੈਲੀਫੋਨ ਆਇਆ, ਕਹਿੰਦੇ ਮੇਰੀ ਸੱਸ ਕਹਿੰਦੀ ਮੈਂ ਤੈਨੂੰ ਤਾਂ ਰੱਖਣਾ ਜੇ ਮੁੰਡਾ ਜੰਮੇਗੀ। ਇਹਨਾਂ ਹੁਣ ਅਨਪੜ੍ਹਾਂ ਨੂੰ ਕੌਣ ਸਮਝਾਵੇ?
ਨੂੰਹ ਪੜ੍ਹੀ ਲਿਖੀ ਹੈ, ਸੱਸ ਅਨਪੜ੍ਹ ਹੈ। ਮੁੰਡਾ ਬਥੇਰਾ ਆਪਣੀ ਮਾਂ ਨੂੰ ਸਮਝਾਉਂਦਾ, ਮਾਤਾ ਐ ਨਹੀਂ ਹੋਇਆ ਕਰਦਾ, ਐ ਨਹੀਂ ਕਹੀਦਾ ਹੁੰਦਾ। ਉਹ ਬੇਗਾਨੀ ਧੀ ਮਹਿਸੂਸ ਕਰੇਗੀ, ਉਹ ਜੋ ਮਾੜਾ ਮਹਿਸੂਸ ਕਰੇਗੀ ਉਹਦਾ ਬੱਚੇ 'ਤੇ ਅਸਰ ਹੋਵੇਗਾ। ਜੋ ਮਾਂ ਸੋਚਦੀ ਹੈ ਬੱਚੇ 'ਤੇ ਅਸਰ ਹੁੰਦਾ ਹੈ। ਮਾਂ ਖੁਸ਼ ਹੈ, ਬੱਚਾ ਵੀ ਅੱਗੇ ਠੀਕ ਰਹੇਗਾ। ਮਾਂ ਦੁਖੀ ਹੈ, ਚਿੰਤਿਤ ਹੈ, ਉਹ ਬੱਚਾ ਵੀ ਤੰਦਰੁਸਤ ਨਹੀਂ ਹੋਵੇਗਾ। ਇਹ 9 ਮਹੀਨੇ ਬੜਾ ਖਿਆਲ ਰੱਖਣ ਵਾਲੇ ਹੁੰਦੇ ਨੇ। ਖਾਣੀਆਂ ਨੇ ਚੀਜ਼ਾਂ, ਗੋਰੀਆਂ ਚੀਜ਼ਾਂ ਖਾਣੀਆਂ, ਕਾਲੀਆਂ ਨਹੀਂ ਖਾਣੀਆਂ ਦੇ ਮਾਂ ਨੇ। ਇਹ ਨਾ ਹੋਇਆ ਕਿਤੇ ਬੈਂਗਣ ਖਾਣ ਲੱਗ ਜਾਓ ਜੀ, ਹਾਂ ਬਤਾਊਂ ਖਾਈ ਜੋ, ਕਾਲੇ ਹੁੰਦੇ ਨੇ ਉਹ। ਮਾਂ ਨਹੀਂ ਖਾਣੇ ਦਾਲ, ਉਹ ਵੀ ਕਾਲੀ ਹੁੰਦੀ ਹੈ। ਕਾਲੇ ਕੱਪੜੇ ਨਹੀਂ ਪਾਉਣੇ, ਕਾਲੀਆਂ ਚੀਜ਼ਾਂ ਨਹੀਂ ਵੇਖਣੀਆਂ। ਗੋਰੀਆਂ ਗੋਰੀਆਂ ਚੀਜ਼ਾਂ ਖਾਓ, ਗੋਰੀਆਂ ਗੋਰੀਆਂ ਚੀਜ਼ਾਂ ਵੇਖੋ, ਤੁਹਾਡਾ ਬੱਚਾ ਗੋਰਾ ਪੈਦਾ ਹੋਵੇਗਾ, ਚਾਹੇ ਤੁਸੀਂ ਆਪ ਕਿਉਂ ਨਾ ਕਾਲੇ ਹੋਵੋ। ਮਾਂ ਭਾਵੇਂ ਕਾਲੀ ਹੋਵੇ, ਪਰ ਜਿਵੇਂ ਗਾਜਰਾਂ ਖਾ ਰਹੀ ਹੈ ਗੋਰੀਆਂ ਨੇ ਨਾ, ਟਮਾਟਰ ਖਾ ਰਹੀ ਹੈ ਗੋਰੇ ਨੇ, ਸੇਬ ਖਾ ਰਹੀ ਹੈ ਗੋਰੇ ਨੇ, ਕਿੰਨੂ ਖਾ ਰਹੀ ਹੈ ਗੋਰੇ ਨੇ ਨਾ। ਤਸਵੀਰਾਂ ਗੁਰੂਆਂ ਦੀ ਲੱਗੀਆਂ ਗੋਰੀਆਂ ਨੇ। ਗੋਰੀਆਂ ਚੀਜ਼ਾਂ ਵੇਖੋ, ਗੋਰੀਆਂ ਚੀਜ਼ਾਂ ਖਾਓ, ਚਾਹੇ ਤੁਸੀਂ ਆਪ ਕਾਲੇ ਹੋ, ਤੁਹਾਡਾ ਬੱਚਾ ਗੋਰਾ ਹੋਵੇਗਾ। ਪਰ ਜੇ ਤੁਸੀਂ ਆਪ ਗੋਰੇ ਹੋ ਅਤੇ ਕਾਲੀਆਂ ਚੀਜ਼ਾਂ ਖਾਂਦੇ ਅਤੇ ਕਾਲੀਆਂ ਚੀਜ਼ਾਂ ਵੇਖਦੇ, ਤੁਹਾਡਾ ਬੱਚਾ ਕਾਲਾ ਹੋਵੇਗਾ। ਇੰਨਾ ਫਰਕ ਪੈਂਦਾ। ਜਿਹੜੀਆਂ ਮਾਵਾਂ ਨਾਮ ਜਪਣ ਵਾਲੀਆਂ ਹੁੰਦੀਆਂ ਨੇ, ਉਹਨਾਂ ਦੇ ਬੱਚੇ ਵੱਡੇ ਹੋ ਕੇ ਨਾਮ ਹੀ ਜਪਦੇ ਨੇ। ਕਿ 9 ਮਹੀਨੇ ਮਾਂ ਨੇ ਬਾਣੀ ਪੜ੍ਹੀ, ਨਾਮ ਜਪਿਆ। ਜਿਹੜੀ ਮਾਂ 9 ਮਹੀਨੇ ਬਾਣੀ ਪੜ੍ਹੇ, ਨਾਮ ਜਪੇ, ਆ ਸੰਸਾਰਿਕ TV ਨਾ ਦੇਖੇ। ਜਦੋਂ ਦੇਖੇ ਕੋਈ ਸੀਰੀਅਲ ਵੇਖੇ ਧਾਰਮਿਕ, ਜਾਂ ਕੀਰਤਨ ਸੁਣੇ, ਕਥਾ ਵਾਰਤਾ ਸੁਣੇ, ਨਾਮ ਜਪੇ, ਬਾਣੀ ਪੜ੍ਹੇ, ਬੱਚਾ ਭਗਤ ਹੀ ਪੈਦਾ ਹੋਵੇਗਾ। ਉਹਨੂੰ ਕਹਿਣ ਦੀ ਲੋੜ ਨਹੀਂ ਕਾਕਾ ਤੂੰ ਪਾਠ ਕਰ, ਉਹ ਤਾਂ ਕਰੇਗਾ ਹੀ ਕਰੇਗਾ ਵੱਡੇ ਹੋ ਕੇ। ਇਸ ਲਈ ਤਾਂ ਮੈਂ ਦੱਸਦਾ ਰਹਿੰਦਾ, ਇਹਨਾਂ ਚੀਜ਼ ਦਾ ਬਹੁਤ ਜ਼ਿਆਦਾ ਅਸਰ ਹੁੰਦਾ ਹੈ। ਇਹ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਕਿਹੋ ਜਿਹਾ ਬੱਚਾ ਪੈਦਾ ਕਰਨਾ ਹੈ। ਹੁਣ ਜਿਹੜੀਆਂ ਜਨਾਨੀ ਆਪ ਹੀ ਬੀੜੀਆਂ ਸਿਗਰਟਾਂ, ਬੜੇ ਇਲਾਕੇ ਨੇ ਜਿੱਥੇ ਬੀੜੀਆਂ ਸਿਗਰਟਾਂ ਜਨਾਨੀ ਪੀਂਦੀਆਂ ਨੇ, ਕਈ ਜਨਾਨੀ ਸ਼ਰਾਬ ਪੀਂਦੀਆਂ ਨੇ, ਅਤੇ ਫਿਰ ਇਹਨਾਂ ਦੇ ਘਰ ਸ਼ਰਾਬੀ ਕਬਾਬੀ ਹੀ ਪੈਦਾ ਹੋਣੇ ਨੇ, ਹੋਰ ਕਿਤੇ ਸਾਧ ਪੈਦਾ ਹੋ ਜਾਣੇ ਇਹਨਾਂ ਦੇ ਘਰ। ਜਿਹੋ ਜਿਹੇ ਅਸੀਂ ਹਾਂ ਸਿਆਣੇ, ਜਿਹੋ ਜਿਹੀ ਕੋਕੋ ਇਹੋ ਜਿਹੇ ਕੋਕੋ ਦੇ ਬੱਚੇ। ਕਹਾਵਤਾਂ ਐਵੇਂ ਨਹੀਂ ਬਣੀਆਂ। ਕੋਈ ਕਹੇ ਜੀ ਬਾਬਾ ਜੀ ਕੋਕੋ ਕਿਹਨੂੰ ਕਹਿੰਦੇ ਨੇ? ਇੱਲ ਨੂੰ ਕਹਿੰਦੇ ਨੇ। ਜਿਹੋ ਜਿਹੀ ਇੱਲ ਉਹਦੇ ਬੱਚੇ ਵੀ ਤਾਂ ਉਹੋ ਜਿਹੇ ਹੁੰਦੇ ਨਾ। ਵੇਖ ਲੈ ਕਦੇ ਇੱਲ ਦੇ ਬੱਚੇ ਨੂੰ, ਇੱਲ ਵਰਗੇ ਹੁੰਦੇ ਨਾ। ਜਿਹੋ ਜਿਹੀ ਕੋਕੋ ਅਤੇ ਇਹੋ ਜਿਹੇ ਕੋਕੋ ਦੇ ਬੱਚੇ। ਜਿਹੋ ਜਿਹੇ ਅਸੀਂ ਉਹੋ ਜਿਹੇ ਸਾਡੇ ਜਵਾਕ। ਹਾਂ ਕੋਈ ਵੱਖਰਾ ਨਿਕਲ ਆਉਂਦਾ, ਕੋਈ ਜ਼ਰੂਰ। ਸਾਧ ਦੇ ਘਰ ਮੰਨ ਲਓ ਮਾਂ ਪਿਓ ਅੰਮ੍ਰਿਤਧਾਰੀ ਨੇ, ਭਜਨ ਬੰਦੀ ਕਰਨ ਵਾਲੇ, ਉਹਨਾਂ ਦੇ ਘਰ ਕੋਈ ਨਾਸਤਕ ਵੀ ਪੈਦਾ ਹੋ ਸਕਦਾ। ਮਾਂ ਪਿਓ ਨਾਸਤਕ ਨੇ, ਉਹਨਾਂ ਦੇ ਘਰ ਕੋਈ ਆਸਤਕ ਵੀ ਪੈਦਾ ਹੋ ਸਕਦਾ ਹੈ। ਤੁਸੀਂ ਕਹੋਗੇ ਇਹ ਕੀ ਗੱਲ? ਧਰਮ ਕਹਿੰਦਾ ਜੰਗਲ 'ਚ ਬਾਂਸ ਵੀ ਹੁੰਦੇ ਨੇ ਅਤੇ ਦੂਜੇ ਦਰਖਤ ਵੀ ਹੁੰਦੇ ਨੇ। ਬਾਂਸ ਦੇ ਕੋਲ ਵੀ ਦਰਖਤ ਹੈਗਾ ਜਿਸ 'ਚ ਸੁਗੰਧੀ ਆਉਂਦੀ ਹੈ। ਹਾਂ ਚੰਦਨ। ਹੁਣ ਬਾਂਸ ਦੇ ਕੋਲ ਵੀ ਚੰਦਨ ਹੈ ਅਤੇ ਕਿੱਕਰ ਦੇ ਦਰਖਤ ਕੋਲ ਵੀ ਚੰਦਨ ਹੈ। ਜਾਣਦੇ ਨਾ, ਕਿੱਕਰ ਜਿਹੜਾ ਹੈ ਉਹ ਤਾਂ ਸੁਗੰਧੀ ਲੈ ਲਏਗਾ, ਪਰ ਬਾਂਸ ਸੁਗੰਧੀ ਨਹੀਂ ਲਏਗਾ। ਬਾਂਸ ਅਤੇ ਚੰਦਨ ਦਾ ਕੋਈ ਅਸਰ ਨਹੀਂ ਹੁੰਦਾ, ਬਾਕੀ ਸਾਰੇ ਦਰਖਤਾਂ ਦੇ ਚੰਦਨ ਦਾ ਅਸਰ ਹੋ ਜਾਂਦਾ ਹੈ। ਇਸੇ ਤਰ੍ਹਾਂ ਹੀ ਕੋਈ ਬੱਚਾ ਐਸਾ ਨਿਕਲਦਾ ਹੈ। ਸ਼ਰਾਬੀਆਂ ਕਬਾਬੀਆਂ ਦੇ ਘਰ ਪੈਦਾ ਹੋਇਆ ਪਰ ਟੋਟਲ ਵੈਸ਼ਨੂੰ ਹੈ। ਨਾਸਤਕਾਂ ਦੇ ਘਰ ਪੈਦਾ ਹੋਇਆ ਪਰ ਭਗਤ ਹੈ, ਅਤੇ ਕਈ ਭਗਤਾਂ ਦੇ ਘਰ ਵੀ ਪੈਦਾ ਹੋ ਕੇ ਠਗਤ ਹੋ ਜਾਂਦੇ ਨੇ। ਜਿਵੇਂ ਕਬੀਰ ਸਾਹਿਬ ਕਹਿੰਦੇ ਮੇਰਾ ਪੁੱਤਰ ਕਮਾਲ ਹੈ। ਇਹ ਕਹਿੰਦਾ ਜਿਹੜਾ ਨਾਮ ਨਹੀਂ ਜਪਦਾ ਹੈ, ਇਹ ਨਾਮ ਨਹੀਂ ਜਪਦਾ ਹੈਗਾ, ਇਹ ਤਾਂ ਮਾਇਆ ਕਮਾਉਣ 'ਤੇ ਲੱਗਾ ਹੋਇਆ ਹੈ। ਭਗਤਾਂ ਦੇ ਘਰ ਕਈ ਵਾਰੀ ਦੂਜੀ ਤਰ੍ਹਾਂ ਵੀ ਪੈਦਾ ਹੋ ਜਾਂਦੇ, ਪਰ ਬਹੁਤ ਘੱਟ ਚਾਂਸ ਨੇ। ਇਹ ਬਹੁਤ ਘੱਟ ਚਾਂਸ ਹੁੰਦੇ। ਉਦਾਹਰਨ ਤਾਂ ਦਿੱਤੀ ਹੈ ਬਾਂਸ ਦੀ। ਕਈ ਬਾਂਸ ਦੀ ਨਹੀਂ ਹੁੰਦੇ ਨੇ ਜਿਨ੍ਹਾਂ 'ਤੇ ਅਸਰ ਨਹੀਂ ਹੁੰਦਾ।
ਬਹੁਤਾ ਬਸ ਆਮ ਤੌਰ 'ਤੇ ਮਾਂ ਪਿਓ 'ਤੇ ਬਹੁਤ ਜ਼ਿਆਦਾ ਅਸਰ ਹੁੰਦਾ ਮਾਂ ਪਿਓ ਦਾ ਬੱਚਿਆਂ 'ਤੇ। ਇਸ ਲਈ ਪਹਿਲਾਂ ਸਾਨੂੰ ਆਪ ਠੀਕ ਹੋਣਾ ਪੈਣਾ। ਜੇ ਅਸੀਂ ਚਾਹੁੰਦੇ ਹਾਂ ਸਾਡੇ ਜਵਾਕ ਵਧੀਆ ਹੋਣ ਤਾਂ ਪਹਿਲਾਂ ਸਾਨੂੰ ਵਧੀਆ ਹੋਣਾ ਪੈਣਾ। ਬੱਚਾ ਪਹਿਲਾਂ ਮਾਂ ਪਿਓ ਤੋਂ ਸਿੱਖਦਾ ਹੈ। ਜਦੋਂ ਪੜ੍ਹਦੇ ਹੁੰਦੇ ਸਿਵਿਕਸ ਕਹਿੰਦੇ ਸਿਟੀਜ਼ਨਸ਼ਿਪ ਬਿਗਿਨਸ ਐਟ ਹੋਮ। ਨਾਗਰਿਕਤਾ ਘਰ ਤੋਂ ਸ਼ੁਰੂ ਹੁੰਦੀ ਹੈ। ਭਾਵ ਸਿੱਖਿਆ ਜਿਹੜੀ ਘਰ ਤੋਂ ਸ਼ੁਰੂ ਹੁੰਦੀ ਹੈ। ਪਹਿਲਾਂ ਬੱਚਾ ਮਾਂ ਪਿਓ ਤੋਂ ਭੈਣ ਭਰਾਵਾਂ ਤੋਂ ਸਿੱਖਦਾ ਹੈ, ਫਿਰ ਸਕੂਲ 'ਚ ਟੀਚਰਾਂ ਤੋਂ ਸਿੱਖਦਾ ਹੈ, ਫਿਰ ਜਦੋਂ ਵੱਡਾ ਹੋ ਜਾਂਦਾ ਆਪਣੇ ਸਾਥੀਆਂ ਤੋਂ ਚੰਗਾ ਮਾੜਾ ਸਿੱਖਦਾ ਹੈ। ਤਿੰਨ ਦਾ ਉਹਦੇ 'ਤੇ ਅਸਰ ਪੈਂਦਾ ਹੈ। ਮਾਂ ਪਿਓ ਦਾ ਇੱਕ, ਟੀਚਰਾਂ ਦਾ ਦੋ, ਬਾਕੀ ਦੋਸਤ ਮਿੱਤਰ ਜਿਹੜੇ ਉਹਦੇ ਚੰਗੇ ਮਿਲ ਗਏ ਤਾਂ ਸੁਧਰ ਗਈ ਜ਼ਿੰਦਗੀ। ਜੇ ਕੋਈ ਭੈੜਾ ਦੋਸਤ ਬਣ ਗਿਆ ਤਾਂ ਜ਼ਿੰਦਗੀ ਬਰਬਾਦ ਹੋ ਗਈ। ਸੋ ਇਸ ਲਈ ਗੁਰੂ ਮਹਾਰਾਜ ਕਹਿੰਦੇ ਬੱਚਾ ਪੈਦਾ ਹੋਇਆ, ਪਰਿਵਾਰ ਨੂੰ ਬੜਾ ਚੰਗਾ ਲੱਗਾ, ਪਰਿਵਾਰ ਭਲਾ ਪਾਇਆ, ਭਲਾ ਲੱਗਾ, ਪਰਿਵਾਰ ਨੇ ਬੜਾ ਭਲਾ ਮਹਿਸੂਸ ਕੀਤਾ ਹੈ। ਫਿਰ ਹੁਣ ਬਾਹਰ ਆ ਗਏ। ਧਰਮ ਇਹ ਕਹਿੰਦਾ, ਸਾਇੰਸ ਨਹੀਂ ਅਜੇ ਗਿਆਨ ਸਾਇੰਸ ਨੂੰ ਇਸ ਗੱਲ ਦਾ। ਧਰਮ ਇਹ ਕਹਿੰਦਾ ਵੀ ਜਿੰਨਾ ਸਮਾਂ ਬੱਚਾ ਮਾਤਾ ਦੇ ਪੇਟ 'ਚ ਪੁੱਠਾ ਲਟਕਦਾ ਰਹਿੰਦਾ ਨਾ, ਇਹ ਨਾਮ ਜਪਦਾ ਹੀ ਰਹਿੰਦਾ ਹੈ। ਇਹਦੀ ਹਮੇਸ਼ਾ ਪਰਮਾਤਮਾ ਨਾਲ ਲਿਵ ਜੁੜੀ ਰਹਿੰਦੀ ਹੈ। ਉਹ ਨਾਮ ਦੇ ਆਸਰੇ ਹੀ ਮਾਤਾ ਦੇ ਪੇਟ ਵਿੱਚ ਪੁੱਠਾ ਲਟਕਿਆ ਹੈ ਵੀ ਜਿਉਂਦਾ ਰਹਿੰਦਾ ਹੈ। ਪਰ ਜਦੋਂ ਬਾਹਰ ਆ ਗਿਆ, ਹੁਣ ਪੈਦਾ ਹੋ ਗਿਆ ਨਾ, ਲਿਵ ਛੁੱਟ ਗਈ, ਉਹ ਲਿਵ ਟੁੱਟ ਗਈ। ਜਿਹੜਾ ਹਰ ਵਕਤ ਪਰਮਾਤਮਾ ਜੁੜਿਆ ਹੋਇਆ ਸੀ, ਬਾਹਰ ਆਉਂਦੇ ਸਾਰੇ ਭੁੱਲ ਗਿਆ ਰੱਬ ਨੂੰ, ਭੁਲਾ ਗਿਆ, ਭੁਲਾ ਗਿਆ। ਜਿਵੇਂ ਇਤਿਹਾਸ ਕਹਿੰਦਾ ਵੀ ਮਹਿਤਾ ਕਾਲੂ ਜੀ, ਕਲਿਆਣਦਾਸ ਜੀ, ਮਾਤਾ ਤ੍ਰਿਪਤਾ ਜੀ, ਦੋਨੋਂ ਪਿਛਲੇ ਜਨਮ ਬੜੀ ਭਜਨ ਬੰਦਗੀ ਕੀਤੀ। ਇਹਨਾਂ ਨੇ ਬੜੀ ਭਜਨ ਬੰਦਗੀ ਕੀਤੀ। ਪਰਮਾਤਮਾ ਖੁਸ਼ ਹੋ ਗਿਆ, ਪ੍ਰਗਟ ਹੋ ਗਿਆ ਕਿ ਮੰਗੋ ਕੀ ਮੰਗਦੇ ਹੋ। ਕਹਿੰਦੇ ਅਸੀਂ ਚਾਹੁੰਦੇ ਹਾਂ ਅਗਲੇ ਜਨਮ ਤੁਸੀਂ ਸਾਡੇ ਘਰ ਪੈਦਾ ਹੋਵੋ। ਕਹਿੰਦੇ ਅੱਛਾ, ਇਸੇ ਤਰ੍ਹਾਂ ਹੀ ਹੋਏਗਾ। ਅਤੇ ਭਗਵਾਨ ਗੁਰੂ ਨਾਨਕ ਦੇ ਰੂਪ 'ਚ ਘਰ 'ਚ ਪੈਦਾ ਹੋ ਗਿਆ। ਪਰ ਮਾਂ ਪਿਓ ਨੂੰ ਮਾਇਆ ਦਾ ਪਰਦਾ ਪੈਣ ਕਰਕੇ ਪਤਾ ਹੀ ਨਹੀਂ ਲੱਗਾ ਇਹ ਭਗਵਾਨ ਸਾਡੇ ਘਰ 'ਚ ਹੈ। ਮਾਇਆ ਦਾ ਪਰਦਾ ਨਹੀਂ ਪਿਆ ਅਤੇ ਦੋ ਬੰਦਿਆਂ 'ਤੇ ਨਹੀਂ ਪਿਆ, ਇੱਕ ਭੈਣ ਬੇਬੇ ਨਾਨਕੀ ਅਤੇ ਦੂਜਾ ਜਿਹੜਾ ਉੱਤੇ ਰਾਏ ਬੁਲਾਰ ਜਿਹੜੇ ਨਵਾਬ ਸਨ। ਸਿਰਫ ਦੋ ਨੂੰ ਪਤਾ ਸੀ ਕਿ ਨਾਨਕ ਦੇਵ ਸਧਾਰਨ ਲੜਕਾ ਨਹੀਂ ਹੈ, ਇਹ ਤਾਂ ਰੱਬ ਰੂਪ ਹੈ। ਕਈ ਵਾਰੀ ਰਾਏ ਬੁਲਾਰ ਮਹਿਤਾ ਜੀ ਨੂੰ ਕਹਿੰਦੇ ਸੀ, ਮਹਿਤਾ ਜੀ ਮੇਰੀ ਜਿਹੜੀ ਨਗਰੀ ਹੈ ਇਹ ਨਾਨਕ ਦੇ ਘਰ ਵਸਦੀ ਹੈ। ਮਹਿਤਾ ਜੀ ਮੇਰੀ ਨਗਰੀ ਨਾਨਕ ਦੇ ਕਾਰਨ ਵਸਦੀ ਹੈ, ਇਹਨੂੰ ਤੁਸੀਂ ਕੁਛ ਨਾ ਕਿਹਾ ਕਰੋ। ਤੁਹਾਨੂੰ ਪੈਸੇ ਦੀ ਲੋੜ ਹੈ ਮੇਰੇ ਤੋਂ ਲੈ ਲਿਆ ਕਰੋ, ਇਹਨੂੰ ਕੁਛ ਨਹੀਂ ਕਹਿਣਾ। ਪਰ ਪਿਤਾ ਨਹੀਂ ਸਮਝੇ। ਭੈਣ ਨੇ ਬਥੇਰਾ ਸਮਝਾਇਆ, ਮੇਰਾ ਵੀਰ ਸਧਾਰਨ ਬੰਦਾ ਨਹੀਂ ਹੈਗਾ, ਇਹ ਰੱਬ ਰੂਪ ਹੈ। ਪਰ ਮਾਇਆ ਦਾ ਪਰਦਾ ਪੈ ਗਿਆ ਨਾ, ਸਮਝ ਹੀ ਨਹੀਂ ਆਈ। ਅਤੇ ਜਦੋਂ ਸਮਝ ਆਈ ਉਦੋਂ ਬਹੁਤ ਬਜ਼ੁਰਗ ਹੋ ਚੁੱਕੇ ਹਨ, ਬਜ਼ੁਰਗ ਹੋ ਗਏ ਨੇ ਅਤੇ ਹੁਣ ਪੁੱਤਰ ਨੂੰ ਮਿਲਣ ਆਏ ਨੇ। ਗੁਰੂ ਨਾਨਕ ਦੇਵ ਨੇ ਸਤਿਕਾਰ ਕੀਤਾ, ਕਰਤਾਰਪੁਰ ਖੜ੍ਹੇ ਹੋ ਗਏ ਨੇ, ਮੱਥਾ ਟੇਕਿਆ, ਮਾਂ ਪਿਓ ਨੂੰ ਬਿਠਾਇਆ ਬੜੇ ਪਿਆਰ ਨਾਲ। ਕਹਿੰਦੇ ਮਾਤਾ ਜੀ, ਪਿਤਾ ਜੀ ਅੱਜ ਕਿਵੇਂ ਦਰਸ਼ਨ ਦਿੱਤੇ ਨੇ ਤੁਸੀਂ? ਕਹਿੰਦੇ ਪੁੱਤ ਤੂੰ ਦੁਨੀਆ ਨੂੰ ਤਾਰਦਾ ਹੈ, ਸਾਨੂੰ ਨਹੀਂ ਤੁਸੀਂ ਤਾਰਿਆ। ਗੁਰੂ ਮਹਾਰਾਜ ਦੇਖਿਆ ਵੀ ਹੁਣ ਜਿਹੜਾ ਹੈ ਇਹ ਕੁਛ ਪ੍ਰਾਪਤ ਕਰਨਾ ਚਾਹੁੰਦੇ ਨੇ। ਗੁਰੂ ਮਹਾਰਾਜ ਦੋਨਾਂ ਦੇ ਸਿਰ 'ਤੇ ਹੱਥ ਰੱਖਿਆ, ਸਮਾਧੀ ਲੱਗ ਗਈ। ਦੋਨੋਂ ਮਾਤਾ ਪਿਤਾ ਸਮਾਧੀ ਸਥਿਤ ਹੋ ਗਏ ਨੇ, ਉਹ ਸੱਚਖੰਡ ਚਲੇ ਗਏ ਨੇ। ਦਰਸ਼ਨ ਦਿਦਾਰੇ ਪਰਮਾਤਮਾ ਦੇ ਹੋ ਰਹੇ ਨੇ ਸੱਚਖੰਡ 'ਚ। ਕਿੰਨੀ ਦੇਰ ਲਿਵ ਲੱਗੀ ਰਹੇ। ਗੁਰੂ ਮਹਾਰਾਜ ਨੇ ਉਹ ਫਿਰ ਬਿਰਤੀ ਤੋੜੀ। ਕਹਿੰਦੇ ਪੁੱਤਰ ਇਹ ਤੂੰ ਕਿਰਪਾ ਸਾਡੇ 'ਤੇ ਪਹਿਲਾਂ ਕਿਉਂ ਨਹੀਂ ਕੀਤੀ? ਇਹ ਕਿਰਪਾ ਤੂੰ ਸਾਡੇ 'ਤੇ ਪਹਿਲਾਂ ਕਹਿੰਦੇ ਪਿਤਾ ਜੀ, ਮਾਤਾ ਜੀ ਪਹਿਲਾਂ ਤੁਸੀਂ ਮੈਨੂੰ ਨਾ ਸਿਰਫ ਆਪਣਾ ਪੁੱਤਰ ਹੀ ਸਮਝਦੇ ਰਹੇ, ਤੁਹਾਡੇ 'ਚ ਗੁਰੂ ਭਾਵਨਾ ਹੀ ਨਹੀਂ ਆਈ ਹੈਗੀ। ਹੁਣ ਤੁਸੀਂ ਭਾਵਨਾ ਲੈ ਕੇ ਆਏ, ਤੁਹਾਡੇ 'ਤੇ ਕਿਰਪਾ ਹੋ ਗਈ। ਕਿਰਪਾ ਕਦੋਂ ਬੰਦੇ 'ਤੇ ਹੁੰਦੀ ਹੈ? ਜਦੋਂ ਕਿਰਪਾ ਦਾ ਪਾਤਰ ਬਣਦਾ ਹੈ। ਮਨੁੱਖ ਕਿਰਪਾ ਦਾ ਪਾਤਰ ਹੀ ਨਹੀਂ ਬਣਦਾ, ਇਸ ਲਈ ਕਿਰਪਾ ਉਸ 'ਤੇ ਹੁੰਦੀ ਨਹੀਂ ਹੈਗੀ ਹੈ। ਕਿਰਪਾ ਦਾ ਪਾਤਰ ਵੀ ਤਾਂ ਹੋਣਾ ਚਾਹੀਦਾ ਹੈ।
ਸੋ ਇਸ ਲਈ ਗੁਰੂ ਮਹਾਰਾਜ ਕਹਿੰਦੇ ਲਿਵ ਛੁੜਕੀ। ਹੁਣ ਲਿਵ ਟੁੱਟ ਗਈ ਹੈ, ਰੱਬ ਨਾਲ ਲਿਵ ਟੁੱਟ ਗਈ ਹੈ, ਲੱਗੀ ਤ੍ਰਿਸ਼ਨਾ, ਅੰਦਰ ਤ੍ਰਿਸ਼ਨਾ ਇੱਛਾਵਾਂ ਪੈਦਾ ਹੋ ਗਈਆਂ ਨੇ। ਮਾਇਆ ਅਮਰ ਵਰਤਾਇਆ, ਅਮਰ ਹੁੰਦਾ ਹੁਕਮ। ਹੁਣ ਮਾਇਆ ਨੇ ਆਪਣਾ ਹੁਕਮ ਚਲਾਉਣਾ ਸ਼ੁਰੂ ਕਰਤਾ ਬੰਦੇ 'ਤੇ। ਕਿੱਥੇ ਤਾਂ ਮਾਇਆ ਬੰਦੇ ਦੇ ਅਧੀਨ ਹੋਣੀ ਚਾਹੀਦੀ ਸੀ, ਅੱਜ ਬੰਦਾ ਮਾਇਆ ਦੇ ਅਧੀਨ ਹੋ ਗਿਆ। ਇਹ ਮਾਇਆ ਦੀ ਖਾਤਰ ਥਾਂ ਥਾਂ 'ਤੇ ਭਟਕ ਰਿਹਾ ਹੈ। ਮਾਇਆ ਦੀ ਖਾਤਰ ਚੋਰੀਆਂ ਕਰਦਾ, ਮਾਇਆ ਦੀ ਖਾਤਰ ਡਾਕੇ ਮਾਰਦਾ, ਮਾਇਆ ਦੀ ਖਾਤਰ ਠੱਗੀਆਂ ਕਰਦਾ, ਮਾਇਆ ਦੀ ਖਾਤਰ ਮਿਲਾਵਟਾਂ ਕਰਦਾ, ਮਾਇਆ ਦੀ ਖਾਤਰ ਧੋਖਾ ਧੜੀ ਕਰਦਾ, ਮਾਇਆ ਦੀ ਖਾਤਰ ਰਿਸ਼ਵਤਾਂ ਲੈਂਦਾ, ਮਾਇਆ ਦੀ ਖਾਤਰ ਕਿਹਦਾ ਮਕਾਨ ਦਬਦਾ, ਮਾਇਆ ਦੀ ਖਾਤਰ ਕਿਹਦਾ ਪਲਾਟ ਦਬਦਾ, ਮਾਇਆ ਦੀ ਖਾਤਰ ਕਰਜ਼ਾ ਲੈ ਕੇ ਮੁੱਕਰ ਜਾਂਦਾ ਹੈ। ਇਹ ਮਾਇਆ ਦੀ ਖਾਤਰ ਨਸ਼ੇ ਵੇਚਦਾ ਹੈ, ਪਤਾ ਨਹੀਂ ਕੀ ਕੁਛ ਕਰਦਾ ਹੈ। ਇਹ ਮਾਇਆ ਦੀ ਤ੍ਰਿਸ਼ਨਾ ਲੱਗ ਗਈ, ਬਾਹਰ ਆ ਕੇ ਲਿਵ ਟੁੱਟ ਗਈ ਹੈ। ਹੁਣ ਮਾਇਆ ਨੇ ਆਪਣਾ ਹੁਕਮ ਚਲਾਉਣਾ ਸ਼ੁਰੂ ਕਰਤਾ ਹੈ। ਹੁਣ ਹੁਕਮ ਸਾਡੇ 'ਤੇ ਕਿਹਦਾ ਹੁਕਮ ਚੱਲਦਾ? ਮਾਇਆ ਦਾ। ਗੁਰੂ ਦਾ ਹੁਕਮ ਤਾਂ ਅਸੀਂ ਮੰਨਣ ਨੂੰ ਤਿਆਰ ਹੀ ਨਹੀਂ ਹੈਗੇ। ਇੱਕ ਦੇ ਹੁਕਮ ਮੰਨਾਂਗੇ ਨਾ, ਮਾਇਆ ਵੱਲੋਂ ਹਟਾਂਗੇ ਤਾਂ ਕਿਤੇ ਗੁਰੂ ਵੱਲ ਧਿਆਨ ਜਾਏਗਾ। ਸਾਰਾ ਜ਼ੋਰ ਮਨੁੱਖ ਦਾ ਮਾਇਆ ਕਮਾਉਣ 'ਤੇ ਲੱਗਾ ਹੋਇਆ ਹੈ। ਗੁਰੂ ਮਹਾਰਾਜ ਇਹ ਨਹੀਂ ਕਹਿੰਦੇ ਮਾਇਆ ਨਾ ਕਮਾਓ, ਸੋ ਗੁਰੂ ਮਹਾਰਾਜ ਦੇ ਕਿਰਤ ਕਰੋ। ਗੁਰੂ ਮਹਾਰਾਜ ਸਖਤ ਹੁਕਮ ਹੈ, ਸਿੱਖ ਨੇ ਕਿਰਤ ਕਰਨੀ ਹੈ, ਆਪਣਾ ਕਮਾ ਕੇ ਖਾਣਾ ਹੈ, ਆਪਣੇ ਪਰਿਵਾਰ ਨੂੰ ਪਾਲਣਾ ਹੈ। ਪਰ ਜਦੋਂ ਮਾਇਆ ਦੀ ਖਾਤਰ ਮਨੁੱਖ ਕਰਨ ਲੱਗਦਾ, ਫਿਰ ਸਾਰੀਆਂ ਠੱਗੀਆਂ ਠੋਰੀਆਂ ਹੇਰਾ ਫੇਰੀਆਂ ਰਿਸ਼ਵਤ ਖੋਰੀਆਂ ਸਭ ਫਿਰ ਉਦੋਂ ਚੱਲਦੀਆਂ, ਜਦੋਂ ਅੰਦਰ ਤ੍ਰਿਸ਼ਨਾ ਪੈਦਾ ਹੁੰਦੀ ਹੈ। ਮੇਰੇ ਕੋਲ ਹੋਰ ਪੈਸਾ ਹੋਵੇ, ਹੋਰ ਹੋਵੇ, ਹੋਰ ਹੋਵੇ, ਇਸ ਸ਼ਹਿਰ 'ਚ ਵੀ ਕੋਠੀ ਹੋਵੇ, ਫਲਾਣੇ ਸ਼ਹਿਰ 'ਚ ਵੀ ਹੋਵੇ, ਇੱਕ ਸ਼ਿਮਲੇ ਵੀ ਹੋਵੇ, ਇੱਕ ਉਟਾਕਮੰਡ ਜਿਹਨੂੰ ਊਟੀ ਕਹਿੰਦੇ ਨੇ, ਇੱਕ ਉੱਥੇ ਵੀ ਹੋਵੇ, ਇੱਕ ਫੋਰਨ ਕੰਟਰੀ 'ਚ ਵੀ ਹੋਵੇ, ਇੱਕ ਦੁਬਈ 'ਚ ਵੀ ਹੋਵੇ। ਬੜਾ ਸੋਹਣਾ ਸ਼ਹਿਰ ਹੈ ਦੁਬਈ, ਸੰਸਾਰ ਦਾ ਸਭ ਤੋਂ ਸੋਹਣਾ ਸ਼ਹਿਰ। ਜਿਵੇਂ ਸਵਿਟਜ਼ਰਲੈਂਡ ਸੰਸਾਰ ਦਾ ਸਭ ਤੋਂ ਸੁੰਦਰ ਦੇਸ਼ ਹੈ ਨਾ, ਜਿਵੇਂ ਹਿੰਦੁਸਤਾਨ ਕਸ਼ਮੀਰ ਸੁੰਦਰ ਹੈ, ਇਸ ਤਰ੍ਹਾਂ ਦੁਬਈ ਅਤੀ ਸੁੰਦਰ ਸ਼ਹਿਰ ਹੈ ਉਹ ਦੇਸ਼, ਪਰ ਇੱਕ ਸ਼ਹਿਰ ਹੀ ਹੈ। ਜਦ ਤੁਸੀਂ ਉਤਰੋ ਜਾ ਕੇ ਬਾਜ਼ਾਰ ਕਿਤੇ ਵੀ, ਤੁਹਾਨੂੰ ਐਂ ਲੱਗੂਗਾ ਮੈਂ ਤਾਂ ਕਿਸੇ ਸਵਰਗ 'ਚ ਆ ਗਿਆ ਹਾਂ। ਤੁਸੀਂ ਕਹੋ ਵੀ ਇੱਥੋਂ ਵੀ ਉੱਪਰ ਕੋਈ ਸਵਰਗ ਹੁੰਦਾ? ਇਹ ਨਹੀਂ ਸੁੰਦਰਤਾ, ਇਹ ਨਹੀਂ ਸੁੰਦਰ। ਜੇ ਕਿਤੇ ਤੁਸੀਂ ਉੱਥੇ ਦੇ ਪਾਰਕ ਵੇਖ ਲਓ, ਬਸ ਤੁਸੀਂ ਤਾਂ ਕਹੋਗੇ ਮੈਂ ਤਾਂ ਇੱਥੇ ਹੀ ਰਹਿਣਾ, ਮੈਂ ਤਾਂ ਵਾਪਸ ਜਾਣਾ ਹੀ ਨਹੀਂ ਹੈ। ਜਿਵੇਂ ਭੌਰਾ ਨਾ ਕਮਲ ਦੇ ਫੁੱਲ 'ਚ ਰਸ ਚੂਸਦਾ 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 ਉੱਥੇ ਹੀ ਮਰ ਜਾਂਦਾ। ਉੱਥੇ ਪੈਸੇ ਮੁੱਕ ਜਾਂਦੇ, ਬੰਦਾ ਤਾਂ ਵਾਪਸ ਆ ਜਾਂਦਾ, ਨਹੀਂ ਉੱਥੋਂ ਆਉਣ ਨੂੰ ਜੀ ਨਹੀਂ ਕਰਦਾ। ਉੱਥੇ ਮੀਲਾਂ 'ਚ ਨੇ, ਇਹ ਨਹੀਂ ਵੀ ਐਵੇਂ ਨੇ ਛੋਟੇ ਛੋਟੇ ਪਾਰਕ ਨੇ, ਬੜੇ ਵੱਡੇ ਵੱਡੇ ਪਾਰਕ ਨੇ, ਔਰ ਇੰਨੇ ਸਜੇ ਹੋਏ, ਇਤਨੇ ਸੁੰਦਰ ਨੇ ਕਿ ਮੈਂ ਉਹਨੂੰ ਸ਼ਬਦਾਂ 'ਚ ਹੀ ਵਰਣਨ ਨਹੀਂ ਕਰ ਸਕਦਾ। ਹਾਂ, ਧਰਤੀ 'ਤੇ ਅਗਲੇ ਨੇ ਸਵਰਗ ਬਣਾ ਰੱਖਿਆ, ਅਤੇ ਅਸੀਂ ਆਪਣੀ ਧਰਤੀ ਨੂੰ ਦਿਨੋਂ ਦਿਨ ਨਰਕ ਬਣਾਉਣ 'ਤੇ ਲੱਗੇ ਹੋਏ ਹਾਂ। ਅਸੀਂ ਆਪਣੀ ਧਰਤੀ ਨੂੰ ਨਰਕ ਬਣਾਉਣ 'ਤੇ ਲੱਗੇ ਹੋਏ ਹਾਂ। ਕੁਝ ਲੋਕ ਨੇ ਆਪਣੀ ਧਰਤੀ ਨੂੰ ਸਵਰਗ ਬਣਾਉਣ 'ਤੇ ਲੱਗੇ ਹੁੰਦੇ ਹਨ। ਕਸ਼ਮੀਰ ਸਵਰਗ ਸੀ ਇੰਡੀਆ ਦਾ, ਪਰ ਉਹਨਾਂ ਆਪ ਹੀ ਲੋਕਾਂ ਨੇ ਅੱਤਵਾਦ ਕਾਰਨ ਸਾਰਾ ਨਰਕ ਬਣਾ ਕੇ ਰੱਖਤਾ ਹੈ। ਕੋਈ ਹੁਣ ਡਰਦਾ ਜਾਂਦਾ ਹੀ ਨਹੀਂ ਉੱਥੇ, ਵੀ ਪਤਾ ਨਹੀਂ ਜਿਉਂਦੇ ਵਾਪਸ ਆਵਾਂਗੇ ਕਿ ਨਹੀਂ ਆਵਾਂਗੇ। ਜਿਵੇਂ 10 ਸਾਲ ਪੰਜਾਬ 'ਚ ਅੱਤਵਾਦੀ ਨੇ ਨਰਕ ਬਣਾ ਕੇ ਰੱਖੇ ਸਾਡੇ ਜੀਵਨ। ਹਾਂਜੀ, ਕਦੇ ਆਰਡਰ ਹੋ ਜਾਂਦਾ ਖੱਟੀਆਂ ਪੱਗਾਂ ਸਾਰੇ ਬੰਨੋ, ਕਦੇ ਆਰਡਰ ਹੁੰਦਾ ਖੱਟੀਆਂ ਚੁੰਨੀਆਂ ਲਵੋ, ਕਦੇ ਆਰਡਰ ਕਰ ਅੱਤਵਾਦੀ ਇਹ ਕਰੋ ਉਹ ਕਰੋ। 10 ਸਾਲ ਜ਼ਿੰਦਗੀ ਬਰਬਾਦ ਕਰਕੇ ਰੱਖਦੀ। 50 ਗਰੀਬ ਹੋ ਗਿਆ। ਕਸ਼ਮੀਰ ਵੀ ਇਸ ਲਈ ਗਰੀਬ ਹੋ ਗਿਆ ਹੈ। ਹਮ ਆਪਣੇ ਹੀ ਹੱਥੋਂ ਬਰਬਾਦ ਹੋ ਗਏ। ਕੋਈ ਕਿਸੇ ਨੂੰ ਬਰਬਾਦ ਨਹੀਂ ਕਰਦਾ। ਸਾਡੇ ਆਪਣੇ ਲੱਛਣ ਹੀ ਇਹੋ ਜਿਹੇ ਨੇ ਕਿ ਅਸੀਂ ਬਰਬਾਦ ਹੋ ਜਾਂਦੇ ਹਾਂ। ਆਪਣੇ ਆਪ ਨੂੰ ਠੀਕ ਕਰੋ। ਜੇ ਸਾਡਾ ਆਹੀ ਹਾਲ ਰਿਹਾ, ਇੱਕ ਦਿਨ ਅਸੀਂ ਵੀ ਬਰਬਾਦ ਹੋ ਜਾਵਾਂਗੇ। ਸੋ ਲਿਵ ਛੁੜਕੀ ਲੱਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ। ਮਾਇਆ ਦਾ ਹੁਕਮ ਚੱਲ ਪਿਆ ਹੁਣ। ਹਾਂਜੀ, ਮਾਇਆ ਦੀ ਖਾਤਰ ਬੰਦਾ ਫਿਰ ਸਭ ਕੋਈ ਗਲਤ ਮਲਤ ਕੰਮ ਕਰਨੇ ਸ਼ੁਰੂ ਕਰ ਦਿੰਦਾ। ਹੁਣ ਅਗਲਾ ਕਹਿੰਦੇ ਮਾਇਆ ਕਹਿੰਦੇ ਕਿਹਨੂੰ ਨੇ ਜੀ? ਮੈਂ ਕੱਲ੍ਹ ਵੀ ਦੱਸਿਆ ਸੀ, ਆਹ ਜਿਹੜੀ ਮਾਇਆ ਤੁਸੀਂ ਮੱਥਾ ਟੇਕਦੇ ਹੋ ਗੁਰੂ ਮਹਾਰਾਜ ਨੂੰ,
ਇੱਕ ਤਾਂ ਇਹ ਮਾਇਆ ਹੁੰਦੀ ਹੈ। ਹੋਰ ਕਿਹੜੀ ਮਾਇਆ ਹੈ? ਕਹਿੰਦੇ ਸੁਣੋ, ਇਹ ਮਾਇਆ ਜਿਤ ਹਰ ਵਿਸਰੈ। ਪਹਿਲੀ ਗੱਲ, ਮਾਇਆ ਕਿਹਨੂੰ ਕਹਿੰਦੇ? ਜਿਹਦੇ ਰੱਬ ਹੀ ਭੁੱਲ ਜਾਏ। ਅਗਰ ਤੁਹਾਡੇ ਕੋਲ ਕਰੋੜ ਰੁਪਈਆ, 10 ਕਰੋੜ ਰੁਪਈਆ, 1000 ਕਰੋੜ ਰੁਪਈਆ, ਪਰ ਤੁਹਾਨੂੰ ਪਰਮਾਤਮਾ ਨਹੀਂ ਭੁੱਲਦਾ, ਤਾਂ ਵੀ ਉਹ ਮਾਇਆ ਨਹੀਂ ਹੈ। ਹਾਲਾਂਕਿ ਮਾਇਆ ਹੈ ਉਹ ਦੇਖਣ ਨੂੰ, ਪਰ ਉਹ ਮਾਇਆ ਨਹੀਂ, ਕਿਉਂਕਿ ਉਸਨੇ ਤੁਹਾਨੂੰ ਪਰਮਾਤਮਾ ਨਹੀਂ ਭੁੱਲਣ ਦਿੱਤਾ। ਸਗੋਂ ਤੁਸੀਂ ਉਹਦਾ ਸ਼ੁਕਰ ਕਰਦੇ, ਸੱਚੇ ਪਾਤਸ਼ਾਹ ਉਹ ਵੀ ਲੋਕ ਨੇ ਜਿਨ੍ਹਾਂ ਕੋਲ ਰਹਿਣ ਨੂੰ ਝੌਂਪੜੀ ਵੀ ਨਹੀਂ ਹੈ। ਤੁਸੀਂ ਹੈਰਾਨ ਹੋਵੋਗੇ ਜਾਣ ਕੇ, ਤੁਸੀਂ ਹੈਰਾਨ ਹੋਵੋਗੇ ਜਾਣ ਕੇ ਕਿ ਹਿੰਦੁਸਤਾਨ ਦੇ ਕਰੋੜਾਂ ਲੋਕ ਨੇ ਜਿਨ੍ਹਾਂ ਕੋਲ ਰਹਿਣ ਨੂੰ ਝੌਂਪੜੀ ਵੀ ਨਹੀਂ। ਕੱਚੇ ਘਰ ਦੀ ਤਾਂ ਗੱਲ 'ਚ ਝੌਂਪੜੀ, ਝੁੱਗੀ ਜਿਹਨੂੰ ਕਹਿੰਦੇ ਨੇ, ਉਹ ਵੀ ਨਹੀਂ ਹੈਗੀ। ਸੜਕਾਂ 'ਤੇ ਸੌਂਦੇ ਨੇ, ਰੇਲਵੇ ਸਟੇਸ਼ਨਾਂ 'ਤੇ ਸੌਂਦੇ ਨੇ, ਬੱਸ ਸਟੈਂਡਾਂ 'ਤੇ ਸੌਂਦੇ ਨੇ, ਰਹਿਣ ਨੂੰ ਝੌਂਪੜੀ ਵੀ ਨਹੀਂ ਹੈ। ਅਤੇ ਤੁਹਾਡੇ ਕੋਲ ਤਾਂ ਕੋਠੀਆਂ ਨੇ। ਅਤੇ ਜੇ ਤੁਹਾਨੂੰ ਯਾਦ ਨੇ ਸੱਚੇ ਪਾਤਸ਼ਾਹ ਤੇਰੀ ਕਿੰਨੀ ਕਿਰਪਾ ਹੈ, ਤਾਂ ਭਾਵੇਂ ਤੁਸੀਂ ਕੋਠੀਆਂ ਵਾਲੇ ਹੋਵੋ ਤਾਂ ਵੀ ਇਹ ਮਾਇਆ ਨਹੀਂ, ਕਿਉਂਕਿ ਤੁਹਾਨੂੰ ਰੱਬ ਸਗੋਂ ਯਾਦ ਆਉਂਦਾ, ਭੁੱਲਦਾ ਨਹੀਂ ਹੈ। ਉਹ ਮਾਇਆ ਜਿਹੜੀ ਰੱਬ ਨੂੰ ਭੁਲਾ ਦੇ ਉਹਨੂੰ ਕਹਿੰਦੇ ਮਾਇਆ। ਇਹ ਮਾਇਆ ਜਿਤ ਹਰ ਵਿਸਰੈ। ਮਾਇਆ ਕੀ ਹੈ? ਜਿਹਦੇ ਨਾਲ ਰੱਬ ਭੁੱਲ ਜਾਏ, ਮੋਹ ਉਪਜੇ, ਸੰਸਾਰ 'ਚ ਮੋਹ ਪੈਦਾ ਹੋ ਜਾਏ। ਭਾਉ ਦੂਜਾ ਲਾਇਆ, ਰੱਬ ਨਾਲ ਪਿਆਰ ਨਹੀਂ ਰਿਹਾ, ਹੁਣ ਸੰਸਾਰ ਨਾਲ ਪਿਆਰ ਹੋ ਗਿਆ। ਸੰਸਾਰ ਨਾਲ ਪਿਆਰ ਹੋ ਗਿਆ, ਸੰਸਾਰ ਦੀਆਂ ਚੀਜ਼ਾਂ ਨਾਲ ਪਿਆਰ ਹੋ ਗਿਆ, ਮਾਇਆ ਨਾਲ ਪਿਆਰ ਹੋ ਗਿਆ ਹੈ, ਰੱਬ ਵਿਸਰ ਗਿਆ ਹੈ। ਪੁੱਤਰ ਨਹੀਂ ਹੈ, ਰੋਜ਼ ਬੇਨਤੀਆਂ ਕਰਦੇ ਨੇ, ਪੁੱਤਰ ਹੋ ਗਿਆ, ਮੁੜ ਕੇ ਗੁਰਦੁਆਰੇ ਨਹੀਂ ਜਾਂਦੇ। ਗੁਰਦੁਆਰੇ ਇੱਕ ਬੰਦਾ ਬਿਜਲੀ ਬੋਰਡ 'ਚ ਸੀ, ਉੱਤੇ ਚੜ੍ਹਿਆ ਖੰਭੇ 'ਤੇ, ਕੋਈ ਤਾਰ ਠੀਕ ਕਰਨੀ ਹੁੰਦੀ, ਇੱਕ ਹੈਂਡਲ ਜਿਹਾ ਹੁੰਦਾ ਲੱਗਾ ਹੋਇਆ, ਕਿਸੇ ਨੇ ਗਲਤੀ ਨਾਲ ਉਸਨੂੰ ਔਨ ਕਰਤਾ, ਉਹ ਬਿਜਲੀ ਆ ਗਈ, ਉਹਨੂੰ ਪਟਕਾ ਕੇ ਧਰਤੀ 'ਤੇ ਮਾਰਿਆ ਬਿਜਲੀ ਨੇ। ਉਹ ਚੱਕ ਕੇ ਹਸਪਤਾਲ ਲੈ ਗਏ। ਮੇਰੇ ਕੋਲ ਇੱਕ ਉਹਨਾਂ ਦਾ ਬੰਦਾ ਭੱਜਿਆ ਆਇਆ ਵੀ ਬਾਬਾ ਜੀ ਦੇਖਿਓ। ਮੈਂ ਕੋਈ ਨਹੀਂ, ਬਚ ਜਾਏਗਾ, ਘਬਰਾਓ ਨਾ, ਤੁਸੀਂ ਆ ਨਾਲ ਪਾਠ ਕਰੋ। ਅਤੇ ਹੁਣ ਕਿਉਂਕਿ ਪਾਠ ਕਰਾਉਣ ਨੂੰ ਟਾਈਮ ਹੈ ਨਹੀਂ, ਤੁਸੀਂ ਇੱਕ ਅਖੰਡ ਪਾਠ ਸੁੱਖ ਲਓ, ਤੁਸੀਂ ਇੱਕ ਅਖੰਡ ਪਾਠ ਸੁੱਖ ਲਓ, ਅਸੀਂ ਸਾਡਾ ਬੱਚਾ ਠੀਕ ਹੋ ਜੇ, ਅਸੀਂ ਅਖੰਡ ਪਾਠ ਕਰਾਵਾਂਗੇ। ਜਦੋਂ ਮੈਂ ਕਿਹਾ ਨਾ, ਮੱਥੇ 'ਤੇ ਹੱਥ ਮਾਰਿਆ, ਕਹਿੰਦੇ ਓਹੋ ਬਾਬਾ ਜੀ, ਅਸੀਂ ਸੁੱਖਿਆ ਸੀ ਸਾਡੇ ਘਰ ਪੁੱਤਰ ਹੋਵੇ, ਅਸੀਂ ਅਖੰਡ ਪਾਠ ਕਰਾਵਾਂਗੇ। ਕਹਿੰਦੇ 22 ਸਾਲ ਹੋ ਗਏ ਸਾਨੂੰ, ਤੇ ਭੁੱਲ ਹੀ ਗਿਆ ਵੀ ਅਖੰਡ ਪਾਠ ਕਰਾਉਣਾ ਸੀ। ਪਹਿਲਾਂ ਸੁੱਖਿਆ ਸਾਡੇ ਘਰ ਪੁੱਤਰ ਹੋਵੇ, ਅਸੀਂ ਅਖੰਡ ਪਾਠ ਕਰਾਵਾਂ, 22 ਸਾਲ ਕਰਾਇਆ ਹੀ ਨਹੀਂ। ਵੀ ਹੋ ਗਿਆ ਪੁੱਤਰ, ਹੁਣ ਆਪਾਂ ਨੇ ਕੀ ਲੈਣਾ ਅਖੰਡ ਪਾਠ ਤੋਂ। ਅਤੇ ਜਦੋਂ ਬਿਜਲੀ ਪਟਕਾ ਕੇ ਮਾਰੇ ਨਾ, ਫਿਰ 2 ਅਖੰਡ ਪਾਠ ਹੋਏ। ਇੱਕ ਮੈਂ ਕਿਹਾ ਕੀਤਾ, ਇੱਕ ਜਿਹੜਾ ਪਹਿਲਾਂ ਸੁੱਕਿਆ। ਇਹ ਹੈ ਭਾਉ ਦੂਜਾ ਲਾਇਆ। ਸਾਰਾ ਧਿਆਨ ਬਸ ਮਾਇਆ ਵੱਲ ਹੋ ਗਿਆ ਹੈ, ਜਵਾਕਾਂ ਜੱਲਿਆਂ ਵੱਲ ਹੋ ਗਿਆ ਹੈ, ਰੱਬ ਭੁੱਲ ਭੁਲਾ ਗਿਆ ਹੈ। ਕਹੈ ਨਾਨਕ ਗੁਰ ਪ੍ਰਸਾਦੀ ਜਿਨ੍ਹਾਂ ਲਿਵ ਲਾਗੀ, ਗੁਰ ਪ੍ਰਸਾਦੀ ਗੁਰੂ ਦੀ ਕਿਰਪਾ ਨਾਲ। ਕਹੈ ਨਾਨਕ, ਤੀਸਰੇ ਪਾਤਸ਼ਾਹ ਆਖਦੇ ਨੇ, ਗੁਰ ਪ੍ਰਸਾਦੀ ਜਿਨ੍ਹਾਂ ਲਿਵ ਲਾਗੀ, ਗੁਰੂ ਦੀ ਕਿਰਪਾ ਨਾਲ ਜਿਨ੍ਹਾਂ ਦੀ ਪਰਮਾਤਮਾ ਨਾਲ ਲਿਵ ਲਾਗੀ ਨਾ, ਤਿਨੀ ਵਿੱਚੇ ਮਾਇਆ ਪਾਇਆ। ਉਹ ਮਾਇਆ ਦੇ ਹੁੰਦਿਆਂ ਹੋਇਆਂ, ਮਾਇਆ ਦੇ ਵਿੱਚ ਰਹਿੰਦਿਆਂ ਹੋਇਆਂ ਵੀ ਉਹ ਰੱਬ ਨੂੰ ਪਾ ਲੈਂਦੇ ਨੇ। ਮਾਇਆ ਦੇ ਵਿੱਚ ਰਹਿੰਦਿਆਂ ਹੋਇਆਂ ਵੀ ਰੱਬ ਨੂੰ ਪਾ ਲੈਂਦੇ ਨੇ। ਰਿਸ਼ੀ ਵੇਦ ਵਿਆਸ ਜੀ ਹੋਏ ਨੇ, ਬੜੇ ਪ੍ਰਸਿੱਧ ਰਿਸ਼ੀ, ਬੜੀ ਲੰਮੀ ਉਮਰ ਦੇ ਰਿਸ਼ੀ, ਵੇਦਾਂ ਦੀ ਵਿਆਖਿਆ ਕਰਨ ਵਾਲੇ ਰਿਸ਼ੀ ਹੋਏ ਨੇ, ਰਿਸ਼ੀ ਵੇਦ ਵਿਆਸ। ਭਾਈ ਗੁਰਦਾਸ ਨੂੰ ਵੀ ਸਿੱਖਾਂ ਦਾ ਵੇਦ ਵਿਆਸ ਕਹਿੰਦੇ ਨੇ, ਬਹੁਤ ਵਿਦਵਾਨ ਸਨ। ਅਤੇ ਹਿੰਦੂਆਂ ਦੇ ਵਿੱਚ ਰਿਸ਼ੀ ਵੇਦ ਵਿਆਸ ਬਹੁਤ ਵਿਦਵਾਨ ਸਨ। ਉਹਨਾਂ ਦਾ ਪੁੱਤਰ ਸੁਖਦੇਵ ਸੀ। ਇਹ ਰਿਸ਼ੀ ਵੇਦ ਵਿਆਸ ਪੰਡਿਤ ਸਨ। ਪੰਡਿਤ ਆਪਣੇ ਆਪ ਨੂੰ ਖੱਤਰੀਆਂ ਨਾਲੋਂ, ਦੂਜਿਆਂ ਨਾਲੋਂ ਉੱਚਾ ਸਮਝਦੇ ਸੀ। ਕਹਿੰਦੇ ਸੀ ਬ੍ਰਹਮਾ ਦੇ ਸਿਰ 'ਚੋਂ ਪੈਦਾ ਹੋਏ ਹਾਂ, ਖੱਤਰੀ ਬੋਧੀ ਬ੍ਰਹਮਾ ਦੀਆਂ ਬਾਹਾਂ 'ਚੋਂ ਪੈਦਾ ਹੋਏ ਨੇ, ਇਹ ਵੈਸ਼ ਜਿਹੜੇ ਨੇ ਪਤਾ ਢਿੱਡ ਕੇ ਲੱਤਾਂ 'ਚ ਪੈਦਾ ਹੋਏ ਨੇ, ਅਤੇ ਜਿਹੜੇ ਸ਼ੂਦਰ ਨੇ ਕਹਿੰਦੇ ਪੈਰਾਂ 'ਚੋਂ ਪੈਦਾ ਹੋਏ ਨੇ, ਅੱਲਾ ਜਾਣੇ। ਇਹੀ ਕਹਿੰਦੇ। ਲਓ ਜੀ, ਸੁਖਦੇਵ ਰਿਸ਼ੀ
ਕਹਿੰਦਾ ਮੈਂ ਭਜਨ ਬੰਦਗੀ ਕਰਨੀ ਆਪਣੇ ਬਾਪ ਨੂੰ। ਕਹਿੰਦਾ ਸੁਣ, ਤੂੰ ਨਿਗੁਰ ਹੈ, ਤੇਰੀ ਭਜਨ ਬੰਦਗੀ ਫਲ ਹੀ ਨਹੀਂ ਲੱਗਣਾ, ਕੀ ਕਰੇਗਾ ਜੰਗਲਾਂ 'ਚ ਜਾ ਕੇ? ਤੂੰ ਗੁਰੂ ਧਾਰਨ ਕਰ ਲੈ। ਕਹਿੰਦਾ ਇਸ ਵੇਲੇ ਦੋ ਹੀ ਬ੍ਰਹਮ ਗਿਆਨੀ ਅਸੀਂ ਸਾਰੇ ਹਿੰਦੁਸਤਾਨ 'ਚ, ਇੱਕ ਰਾਜਾ ਜਨਕ ਹੈ, ਇੱਕ ਮੈਂ ਹਾਂ। ਮੈਂ ਕਿਉਂਕਿ ਤੇਰਾ ਬਾਪ ਹਾਂ, ਮੇਰੇ 'ਤੇ ਤੇਰਾ ਵਿਸ਼ਵਾਸ ਨਹੀਂ ਹੋਣਾ, ਜਿਵੇਂ ਗੁਰੂ ਨਾਨਕ 'ਤੇ ਵਿਸ਼ਵਾਸ ਨਹੀਂ ਬਾਪ ਨੂੰ ਆਇਆ, ਨਹੀਂ ਨਾ ਹੁੰਦਾ। ਕਿ ਮੈਂ ਤੇਰਾ ਬਾਪ ਹਾਂ, ਗੁਰੂ ਵਾਲੀ ਸ਼ਰਧਾ ਤੇਰੇ ਮੇਰੇ 'ਚ ਪੈਦਾ ਹੀ ਨਹੀਂ ਹੋਣੀ, ਤੇਰੀ ਸ਼ਰਧਾ ਮੇਰੇ ਪ੍ਰਤੀ ਗੁਰੂ ਵਾਲੀ ਪੈਦਾ ਹੀ ਨਹੀਂ ਹੋਣੀ, ਤੂੰ ਤਾਂ ਮੈਨੂੰ ਬਾਪ ਹੀ ਸਮਝ ਜਾਣਾ। ਇਸ ਲਈ ਮੇਰੇ ਤੋਂ ਗੁਰਮੰਤਰ ਲੈਣ ਦੀ ਲੋੜ ਨਹੀਂ, ਰਾਜਾ ਜਨਕ ਹੈ। ਰਿਸ਼ੀ ਸੁਖਦੇਵ, ਮੈਂ ਬ੍ਰਾਹਮਣ, ਮੈਂ ਉਸ ਖੱਤਰੀ ਨੂੰ ਗੁਰੂ ਧਾਰਨ ਕਰਾਂ? ਮੈਂ ਉੱਚੀ ਜਾਤ ਦਾ, ਉਹ ਮੇਰੇ ਤੋਂ ਨੀਵੀਂ ਜਾਤ ਦਾ। ਕਿ ਤੇਰੀ ਮਰਜ਼ੀ ਹੈ। ਉਹੀ ਬ੍ਰਹਮ ਗਿਆਨੀ ਹਾਂ। ਚਲਿਆ ਗਿਆ ਜੀ, ਕਿੰਨੇ ਸਾਲ ਧੱਕੇ ਧੁੱਕੇ ਖਾ ਕੇ ਆ ਗਿਆ। ਬਾਪ ਕਹਿੰਦਾ ਕਿਉਂ ਐਵੇਂ ਭਟਕੀ ਜਾਂਦਾ? ਨਿਗੋਰੇ ਨੂੰ ਪਰਮਾਤਮਾ ਨਹੀਂ ਮਿਲਿਆ ਕਰਦਾ, ਤੂੰ ਜਾ ਕੇ ਉਹਨੂੰ ਗੁਰੂ ਧਾਰਨ ਕਰ ਲੈ। ਚਲੋ ਜੀ, ਇੱਕ ਨਾਲ ਲੰਗੋਟੀ, ਜਿਹਨੂੰ ਕੁਪੀਨ ਕਹਿੰਦੇ ਨੇ, ਲੰਗੋਟੀ ਲੈ ਲਈਏ। ਇੱਕ ਜਿਹੜਾ ਹੈ ਉਹ ਕਿੰਗ ਜਿਹੜੀ ਵਜਾਉਂਦੇ ਹੋਣੇ, ਕਿੰਗ, ਉਹ ਇੱਕ ਉਹਦੇ ਉਹ ਹੈ। ਰਾਜਾ ਜਨਕ ਕੋਲ ਚਲਿਆ ਗਿਆ ਵੀ ਗੁਰੂ ਧਾਰਨ ਕਰਦੇ। ਆਪਣੀ ਜਿਹੜੀ ਇੱਕ ਕੁਪੀਨ ਜਿਹੜੀ ਲਿਆਂਦੀ ਸੀ, ਉਹ ਲੰਗੋਟੀ ਲਿਆਂਦੀ ਸੀ, ਅਤੇ ਕੁਝ ਨਾਲ ਹੋਰ ਸੀ ਸਮਾਨ ਥੈਲੇ 'ਚ, ਉਹ ਬਾਹਰ ਰੱਖਤਾ ਦਰਵਾਜ਼ੇ ਕੋਲ। ਮਹਿਲਾਂ ਦੇ ਅੰਦਰ ਸੁਨੇਹਾ ਭੇਜਿਆ ਦੁਆਰਪਾਲ ਨੇ, ਕਿਹਾ ਜੀ ਰਿਸ਼ੀ ਵੇਦ ਵਿਆਸ ਦਾ ਪੁੱਤਰ ਸੁਖਦੇਵ ਆਇਆ, ਕਹਿੰਦੇ ਭੇਜ ਦਿਓ ਭਾਈ। ਉਦੋਂ ਰਾਜੇ ਨੇ ਕੀ ਕੀਤਾ? ਮਾਇਆ ਵਰਤਾਤੇ। ਰਾਣੀ ਜਿਹੜੇ ਉਹਦੀ ਛਾਤੀ ਦੇ ਉੱਤੇ ਪੈਰ ਰੱਖਿਆ ਹੋਇਆ, ਰਾਜੇ ਨੇ ਆਪਣੀ ਰਾਣੀ ਨੰਗੀ ਹੈ ਉਤੋਂ, ਉਹਦੀ ਛਾਤੀ 'ਤੇ ਪੈਰ ਰੱਖਿਆ ਹੋਇਆ ਅਤੇ ਬੈਠਿਆ ਆਰਾਮ ਨਾਲ। ਰਿਸ਼ੀ ਸੁਖਦੇਵ ਕਹਿੰਦੇ, ਮਨ ਸੋਚਦੇ, ਇਹਨੂੰ ਗੁਰੂ ਧਾਰਨ ਕਰਨਾ। ਮਨ ਸੋਚਦਾ ਵੀ ਇਹਨੂੰ ਗੁਰੂ ਧਾਰਨ ਕਰਨਾ, ਇਹਦੇ ਗੁਰੂ ਵਾਲੇ ਲੱਛਣ ਨੇ। ਮੁੜ ਆਇਆ, ਉਹ ਕਹਿੰਦਾ ਮੂਰਖਾ, ਉਹ ਬ੍ਰਹਮ ਗਿਆਨੀ ਹੈ, ਉਹਨੇ ਮਾਇਆ ਵਰਤਾਤੀ ਸੀ, ਉਹਨੇ ਤਾਂ ਮਾਇਆ ਵਰਤਾਤੀ ਸੀ। ਜਾ ਫਿਰ ਚਲਿਆ ਜਾ। ਫਿਰ ਚਲਿਆ ਗਿਆ। ਚਲੋ ਆਓ ਜੀ ਰਿਸ਼ੀ ਜੀ, ਆਓ ਜੀ, ਬੈਠੋ ਜੀ। ਹਾਂਜੀ, ਕਿਵੇਂ ਆਏ ਹੋ ਜੀ? ਉਹ ਜੀ ਮੈਂ ਗੁਰਮੰਤਰ ਲੈਣਾ। ਕਹਿੰਦੇ ਕੋਈ ਨਹੀਂ, ਬੈਠੋ, ਤੁਹਾਡੀ ਸੇਵਾ ਕਰਦਾ। ਫਿਰ ਕੋਈ ਨਹੀਂ ਗੁਰਮੰਤਰ ਦਿੰਦੇ। ਮਾਇਆ ਵਰਤਾਤੀ ਬਾਹਰ ਰਾਜੇ ਨੇ। ਜਿਹੜਾ ਗੇਟ ਕੀਪਰ ਸੀ ਉਹ ਆਇਆ, ਕਹਿੰਦੇ ਰਾਜਨ ਸ਼ਹਿਰ ਨੂੰ ਅੱਗ ਲੱਗ ਗਈ ਹੈ। ਕਹਿੰਦੇ ਲੱਗੀ ਰਹਿਣ ਦਿਓ। ਰਾਜਾ ਕਹਿੰਦੇ ਲੱਗੀ ਰਹਿਣ ਦਿਓ। ਰਿਸ਼ੀ ਸੁਖਦੇਵ ਸੋਚਦਾ ਕਮਾਲ ਦਾ ਬੰਦਾ ਕਿ ਲੱਗੀ ਰਹਿਣ ਦਿਓ। ਉਹ ਕਹਿੰਦਾ ਜੀ ਸਾਰਾ ਸ਼ਹਿਰ ਸੜ ਗਿਆ, ਜਿਹੜੀ ਅੱਗ ਹੈ ਮਹਿਲਾਂ ਦੇ ਕੋਲ ਪਹੁੰਚ ਗਈ ਹੈ। ਕਹਿੰਦੇ ਕੋਈ ਨਹੀਂ, ਆ ਜਾਣ ਦਿਓ। ਫਿਰ ਭੱਜਿਆ ਦੁਆਰਪਾਲ, ਕਹਿੰਦਾ ਮਹਾਰਾਜ ਜੀ ਗੇਟ ਦੇ ਅੱਗੇ ਆ ਗਈ ਅੱਗ। ਅਤੇ ਸੁਖਦੇਵ ਰਿਸ਼ੀ ਨੇ ਉਹਨੇ ਸੋਚਿਆ ਮੇਰੀ ਕਿਤੇ ਲੰਗੋਟੀ ਨਾ ਸੜ ਜੇ। ਉਹ ਭੱਜਿਆ ਗਿਆ ਲੰਗੋਟੀ ਚੱਕਣ ਨੂੰ। ਜਦੋਂ ਮੁੜ ਕੇ ਆਇਆ ਨਾ, ਰਾਜਾ ਕਹਿੰਦਾ ਦੌੜ ਜਾਓ, ਤੈਨੂੰ ਗੁਰਮੰਤਰ ਮਿਲ ਸਕਦਾ। ਮੇਰਾ ਸਾਰਾ ਸ਼ਹਿਰ ਸੜ ਗਿਆ ਅਤੇ ਮੈਨੂੰ ਕੋਈ ਫਿਕਰ ਨਹੀਂ, ਤੇਰੀ ਦਵਾਨੀ ਦੀ ਲੰਗੋਟੀ ਦਾ ਤੂੰ ਭੱਜਿਆ ਫਿਰਦਾ, ਜਾ ਭੱਜਿਆ, ਤੈਨੂੰ ਨਹੀਂ ਮਿਲਦਾ। ਫਿਰ ਆ ਗਿਆ ਵਿਚਾਰਾ। ਬਾਪ ਕਹਿੰਦਾ ਗੁਰਮੰਤਰ ਲੈ ਆਏ। ਕਹਿੰਦਾ ਕਿੱਥੇ? ਕਹਿੰਦਾ ਤੂੰ ਬਾਹਰ ਆਇਆ, ਕਿਤੇ ਸ਼ਹਿਰ 'ਚ ਕਿਤੇ ਅੱਗ ਲੱਗੀ ਸੀ? ਕਹਿੰਦਾ ਕਿਤੇ ਨਹੀਂ ਸੀ ਲੱਗੀ। ਫਿਰ ਕਹਿੰਦੇ ਮੈਂ ਤੈਨੂੰ ਪਹਿਲਾਂ ਵੀ ਕਿਹਾ ਸੀ ਵੀ ਉਹਨੇ ਕੋਈ ਰਾਣੀ ਦੇ ਛਾਤੀ 'ਤੇ ਪੈਰ ਨਹੀਂ ਸਿਰਕਿਆ, ਉਹਨੇ ਮਾਇਆ ਵਰਤਾਈ ਸੀ। ਇਹ ਵੀ ਉਹਦੀ ਮਾਇਆ ਸੀ, ਨਹੀਂ ਤਾਂ ਤੂੰ ਬਾਹਰ ਨਿਕਲ ਸਭ ਸੜਿਆ ਨਾ ਤੈਨੂੰ ਮਿਲਦਾ। ਸਾਰਾ ਸ਼ਹਿਰ ਉਸੇ ਤਰ੍ਹਾਂ ਸੀ। ਹਾਂ, ਉਹ ਕਹਿੰਦਾ ਉਹ ਤੈਨੂੰ ਮਾਇਆ ਵਰਤਾਈ ਸੀ। ਕਹਿੰਦਾ ਹੁਣ ਕੀ ਕਰਾਂ? ਕਹਿੰਦੇ ਹੁਣ ਐਂ ਕਰ, ਉਹਨੇ ਬਹੁਤ ਵੱਡਾ ਯੱਗ ਕੀਤਾ ਚੁਬਾਰੇ 'ਚ ਨਾ, ਰਿਸ਼ੀਆਂ ਮੁਨੀਆਂ ਨੂੰ ਉਹ ਲੰਗਰ ਛਕਾਉਂਦਾ। ਉਹ ਜਿਹੜੇ ਜੂਠੀਆਂ ਪੱਤਲਾਂ ਨੇ ਉਹ ਹੇਠਾਂ ਸੁੱਟ ਦੇਣੇ ਖਿੜਕੀ ਰਾਹੀਂ। ਤੂੰ ਜਿੱਥੇ ਜੂਠੀਆਂ ਪੱਤਲਾਂ ਨੇ ਤੂੰ ਉੱਥੇ ਬਹਿ ਜਾ, ਤੇਰੇ ਉੱਤੇ ਜੂਠੀਆਂ ਪੱਤਲਾਂ ਡਿੱਗੀ ਜਾਣਗੀਆਂ। ਤੂੰ ਕਚਿਆਣ ਨਹੀਂ ਮਨ 'ਚ ਲਿਆਉਣੀ ਵੀ ਮੈਂ ਬ੍ਰਾਹਮਣ ਹਾਂ, ਇਹ ਜਿਹੜੇ ਮੇਰੇ ਉੱਤੇ ਜੂਠੀਆਂ ਪੱਤਲਾਂ ਸੁੱਟੀ। ਬੈਠਾ ਰਹਿਣਾ ਚੌਂਕੜੀ ਮਾਰ ਕੇ, ਬੈਠਾ ਰਿਹਾ ਜੀ, ਕਈ ਦਿਨ ਬੈਠਾ ਰਿਹਾ। ਜੂਠੀਆਂ ਪੱਤਲਾਂ ਢੇਰ ਲੱਗਦਾ, ਰੂੜੀ ਬਣ ਗਏ ਹੇਠਾਂ ਸੁਖਦੇਵ ਬੈਠਾ।
ਹੁਣ ਰਾਜਾ ਜਨਕ ਨੇ ਦੇਖਿਆ ਵੀ ਹਾਂ ਹੁਣ ਥੋੜ੍ਹੀ ਜਿਹੀ ਹਉਮੈ ਘਟ ਗਈ। ਕਹਿੰਦੇ ਸੇਵਾਦਾਰ ਨੇ ਕਿਹਾ ਜਾਓ ਉਹ ਪਤਲਾ ਹਟਾਓ, ਉਹਦੇ ਜਿਹੜੇ ਇੱਕ ਰਿਸ਼ੀ ਬੈਠਾ ਹੈ ਉਹਨੂੰ ਨਹਾ ਧਵਾ ਕੇ ਨਾ ਧੋਤੇ ਹੋਏ ਕੱਪੜੇ ਪਾ ਕੇ ਅਤੇ ਇੱਥੇ ਮੇਰੇ ਦਰਬਾਰ 'ਚ ਲੈ ਕੇ ਆਓ। ਚਲੋ ਜੇ ਨਵਾਇਆ ਤਾਂ ਕਹਿ ਤੈਨੂੰ ਰਾਜ ਨੇ ਸੱਦਿਆ ਜੀ, ਆ ਗਿਆ ਹੈ। ਆਓ ਜੀ ਰਿਸ਼ੀ ਜੀ, ਕਿਵੇਂ ਆਏ ਹੋ? ਕਹਿੰਦੇ ਜੀ ਮੈਂ ਗੁਰਮੰਤਰ ਲੈਣਾ। ਅੱਛਾ ਕੋਈ ਨਹੀਂ, ਦੇ ਦੇਣੇ ਗੁਰਮੰਤਰ, ਦੇ ਦੇਣੇ। ਕਹਿੰਦੇ ਵੀ ਇੱਕ ਨਾ ਪੂਰਾ ਛੰਨਾ, ਪਹਿਲਾਂ ਪੁਰਾਣੇ ਬੰਦੇ ਪਤਾ ਛੰਨਾ, ਤੁਸੀਂ ਚਲੋ ਨਹੀਂ ਪਤਾ ਸਮਝ, ਬਾਟੀ ਸਮਝ ਲਓ। ਇੱਕ ਛੰਨਾ ਸਰੋਂ ਦੇ ਤੇਲ ਦਾ ਭਰ ਕੇ ਲਿਓ ਕੰਢਿਆਂ ਤੱਕ ਲੈ ਆਂਦੇ। ਕਹਿੰਦੇ ਰਿਸ਼ੀ ਜੀ ਸੱਜੇ ਹੱਥ ਦੀ ਤਲੀ 'ਤੇ ਰੱਖ ਲਓ ਛੰਨਾ, ਆਹ ਸਾਡੇ ਸੇਵਾਦਾਰ ਨਾਲ ਜਾਣਗੇ, ਇਹ ਤੁਹਾਨੂੰ ਸ਼ਹਿਰ ਦੇ ਵਿੱਚ ਘੁਮਾਉਣਗੇ। ਜੇ ਇੱਕ ਵੀ ਤੁਬਕਾ ਤੇਲ ਦਾ ਧਰਤੀ 'ਤੇ ਡਿੱਗ ਪਿਆ ਨਾ, ਆਹ 2 ਬੰਦੇ ਤੁਹਾਡੇ ਨਾਲ ਤਲਵਾਰਾਂ ਨੂੰ, ਇਹਨਾਂ ਨੇ ਉਸੇ ਵੇਲੇ ਤੁਹਾਡਾ ਗਲ ਲਾ ਦੇਣਾ, ਫਿਰ ਨਾ ਕਹਿਓ। ਹੁਣ ਵਿਚਾਰਾ ਛੰਨਾ ਚੱਕੀ ਜਾਂਦਾ ਹੈ। ਰਾਜੇ ਨੇ ਕਿਤੇ ਨਾਚ ਗਾਣੇ ਸ਼ੁਰੂ ਕਰਤੇ, ਕਿਤੇ ਕੁਛ ਵੀ ਇਹਦਾ ਧਿਆਨ ਇੱਧਰ ਨੂੰ ਹੋਵੇ, ਬੜਾ ਕੁਛ ਲਾਇਆ ਜੀ ਚੱਕਰ। ਜੀ ਕਹਿੰਦੇ ਰਿਸ਼ੀ ਜੀ ਨਾਚ ਗਾਣੇ ਹੋ ਰਹੇ ਸਨ, ਕਿੰਨਾ ਕੁਛ ਹੋ ਰਿਹਾ ਸੀ, ਤੁਸੀਂ ਕੀ ਕੁਛ ਵੇਖਿਆ? ਕਹਿੰਦਾ ਜੀ ਸਵਾਹ ਵੇਖਣਾ, ਮੇਰਾ ਧਿਆਨ ਤੇ ਤੇਲ ਸੀ ਵੀ ਜੇ ਤੁਬਕਾ ਡੁੱਲ ਗਿਆ ਨਾ ਬਸ ਮੈਂ ਤੇ ਗਿਆ, ਮੈਨੂੰ ਮਾਰ ਦੇਣਗੇ, ਮਗਰ ਬੈਠਿਆ 2 ਹਾਰ ਤਲਵਾਰ ਨੰਗੀ। ਕਹਿੰਦੇ ਰਿਸ਼ੀ ਜੀ ਤੁਹਾਨੂੰ ਐਂ ਲੱਗਦਾ ਵੀ ਮੈਂ ਆ ਰਾਜ ਭਾਗ 'ਚ ਲੱਗਿਆ ਹੋਇਆ, ਜਿਵੇਂ ਤੁਹਾਡਾ ਸਾਰਾ ਧਿਆਨ ਤੇਲ 'ਚ ਸੀ ਨਾ, ਵੀ ਇਹ ਨਾ ਕਿਤੇ ਡੁੱਲ ਜੇ। ਮੇਰਾ ਸਾਰਾ ਧਿਆਨ ਪਰਮਾਤਮਾ 'ਚ ਹੁੰਦਾ, ਭਾਵੇਂ ਮੈਂ ਰਾਜ ਭਾਗ ਕਰ ਰਿਹਾ। ਇਹਨੂੰ ਕਹਿੰਦੇ ਮਾਇਆ ਦੇ ਵਿੱਚ ਨਿਰਲੇਪ ਰਹਿਣਾ। ਇਹਨੂੰ ਕਹਿੰਦੇ ਤਾਂ ਜਾ ਕੇ ਕਿਤੇ ਬ੍ਰਹਮ ਗਿਆਨ ਹੁੰਦਾ। ਐਵੇਂ ਫਿਰ ਉਹਨੂੰ ਗੁਰਮੰਤਰ ਦਿੱਤਾ ਅਤੇ ਫਿਰ ਉਹ ਜਾ ਕੇ ਰਿਸ਼ੀ ਬਣਿਆ। ਤਾਂ ਕਹਿੰਦੇ ਗੁਰੂ ਮਹਾਰਾਜ ਗੁਰ ਪ੍ਰਸਾਦੀ ਜਿਨ੍ਹਾਂ ਲਿਵ ਲਾਗੀ ਤਿਨੀ ਵਿੱਚੇ ਮਾਇਆ ਪਾਇਆ। ਗੁਰੂ ਦੀ ਕਿਰਪਾ ਨਾਲ ਜਿਨ੍ਹਾਂ ਦੀ ਲਿਵ ਲੱਗ ਜਾਏ ਪਰਮਾਤਮਾ ਨਾਲ, ਫਿਰ ਉਹਨਾਂ ਨੂੰ ਜਿਹੜਾ ਹੈ ਉੱਥੇ ਪ੍ਰਾਪਤ ਹੋ ਜਾਂਦਾ ਹੈ। ਸੋ ਇਸ ਲਈ ਜਿਹੜਾ ਹੈ ਗੱਲ ਤਾਂ ਇਹ ਹੈ ਕਿ ਗੁਰੂ ਦੀ ਕਿਰਪਾ। ਹੁਣ ਦੇਖੋ ਨਿਰਾ ਆਪਣਾ ਯਤਨ ਨਹੀਂ ਹੈਗੀ। ਕਹੈ ਨਾਨਕ ਗੁਰ ਪ੍ਰਸਾਦੀ ਜਿਨ੍ਹਾਂ ਲਿਵ ਲਾਗੀ ਤਿਨੀ ਵਿੱਚੇ ਮਾਇਆ ਪਾਇਆ। ਗੁਰੂ ਦੀ ਕਿਰਪਾ ਨਾਲ ਜਿਨ੍ਹਾਂ ਦੀ ਲਿਵ ਲੱਗੀ ਉਹਨਾਂ ਨੂੰ ਮਾਇਆ ਦੇ ਵਿੱਚ ਹੀ ਪ੍ਰਾਪਤ ਹੋ ਜਾਂਦਾ ਹੈ। ਅਸੀਂ ਇੱਕ ਦੌਲੇ ਸ਼ਾਹ ਫਕੀਰ ਹੋਇਆ, ਉਹਨੂੰ ਪਤਾ ਲੱਗਾ ਵੀ ਗੁਰੂ ਤੇਗ ਬਹਾਦਰ ਮਹਾਰਾਜ ਅਨੰਦਪੁਰ ਸਾਹਿਬ ਵਸਾ ਰਹੇ ਨੇ। ਉਹਨੇ ਕਿਹਾ ਚਲੋ ਦਰਸ਼ਨ ਹੀ ਕਰੇ, ਨੇੜੇ ਉਹ ਰੋਪੜ ਦੇ ਰਹਿਣ ਵਾਲਾ ਸੀ। ਆ ਗਿਆ, ਕੀ ਵੇਖਦਾ? ਕਿਤੇ ਸਰੋਵਰ ਬਣ ਰਹੇ ਨੇ, ਕਿਤੇ ਖੂਹਾਂ ਦੀ ਪਟਾਈ ਹੋ ਰਹੀ ਹੈ, ਕਿਤੇ ਬਿਲਡਿੰਗਾਂ ਬਣ ਰਹੀਆਂ ਨੇ, ਕਿਤੇ ਲੰਗਰ ਹਾਲ ਬਣ ਰਹੇ ਨੇ, ਕਿਤੇ ਲੋਕ ਸੰਗਤ ਦੇ ਰਿਹਾਇਸ਼ ਲਈ ਕਮਰੇ ਬਣ ਰਹੇ ਨੇ। ਉਹਨੇ ਕਿਹਾ ਸਾਧ ਹੈ, ਸਾਧ ਦਾ ਕੀ ਕੰਮ ਹੈ ਇਹੋ ਜਿਹੇ ਕੰਮਾਂ 'ਤੇ? ਹਾਂਜੀ ਗੁਰੂ ਮਹਾਰਾਜ ਜਾਣੀ ਜਾਣ ਸਨ, ਜਾਣੀ ਜਾਣ ਸਨ। ਗੁਰੂ ਮਹਾਰਾਜ ਕਹਿੰਦੇ ਹਾਂਜੀ ਦੌਲੇ ਸ਼ਾਹ ਜੀ ਅੱਜ ਦੀ ਰਾਤ ਤੁਸੀਂ ਰਹੋ, ਜਿਹੜੇ ਤੁਹਾਡੇ ਮਨ 'ਚ ਭਰਮ ਹੈ ਨਾ, ਇਹ ਸਵੇਰੇ ਅਸੀਂ ਤੁਹਾਨੂੰ ਜਵਾਬ ਦੇਵਾਂਗੇ। ਲੰਗਰ ਪਾਣੀ ਛਕੋ। ਕਹਿ ਤਾ ਸੇਵਕਨ ਭਾਈ ਆਦਰ ਮਾਨ ਕਰਨਾ, ਚੰਗੀ ਤਰ੍ਹਾਂ ਰੱਖਣਾ ਇਹਨਾਂ ਨੂੰ। ਚਲੋ ਰੱਖਿਆ। ਰਾਤ ਨੂੰ ਉਹਨੂੰ ਸੁਪਨਾ ਆਉਂਦਾ, ਫਕੀਰ ਨੂੰ ਸੁਪਨੇ ਸਵਰਗ 'ਚ ਲੈ ਗਿਆ। ਕੀ ਦੇਖਦਾ? ਇੱਕ ਬੰਦੇ ਦਾ ਉੱਥੇ ਬੜਾ ਸਤਿਕਾਰ ਹੋ ਰਿਹਾ ਹੈ। ਉਹਨੇ ਸੋਚਿਆ ਵੀ ਇਹਨੇ ਮਾਤ ਲੋਕ 'ਚ ਬੜੀ ਭਗਤੀ ਕੀਤੀ ਹੋਣੀ, ਜਿਹੜਾ ਇੱਥੇ ਸਵਰਗ 'ਚ ਇੰਨਾ ਸਤਿਕਾਰ ਹੋ ਰਿਹਾ। ਉਹ ਫਕੀਰ ਉਹਦੇ ਕੋਲ ਚਲਿਆ ਗਿਆ। ਕਹਿੰਦੇ ਮਹਾਤਮਾ ਜੀ ਤੁਸੀਂ ਮਾਤ ਲੋਕ 'ਚ ਐਸਾ ਕਿਹੜਾ ਕੰਮ ਕੀਤਾ ਜਿਸ ਕਾਰਨ ਤੁਹਾਡਾ ਇੰਨਾ ਸਤਿਕਾਰ ਹੋ ਰਿਹਾ? ਕਹਿੰਦਾ ਭਰਾ ਮੈਂ ਤਾਂ ਸ਼ੇਰ ਸੀ ਪਿਛਲੇ ਜਨਮ 'ਚ। ਕਹਿੰਦਾ ਕਮਾਲ ਹੈ, ਸ਼ੇਰ ਕਿਵੇਂ ਸਵਰਗ 'ਚ ਆ ਸਕਦਾ ਹੈ? ਵੀ ਸ਼ੇਰ 'ਚ ਕਿਵੇਂ ਆ ਸਕਦਾ? ਸਵਰਗ 'ਚ ਆਉਣ ਲਈ ਤਾਂ ਬੰਦਾ ਹੋਵੇ, ਬੜੀ ਭਜਨ ਬੰਦਗੀ ਕੀਤੀ ਹੋਵੇ ਕਈ ਜਨਮਾਂ ਦੀ, ਤਾਂ ਕਿਤੇ ਸਵਰਗ ਮਿਲਦਾ। ਇਹ ਤਾਂ ਕਿ ਮੈਂ ਸ਼ੇਰ ਸੀ। ਉਹ ਕਹਿੰਦਾ ਹੈਰਾਨ ਨਾ ਹੋਵੋ, ਸੁਣੋ ਮੈਂ ਪਹਾੜ ਦੀ ਕੰਦਰਾ 'ਚ ਜਿਹੜੀ ਗੁਫਾ ਹੁੰਦੀ ਹੈ ਉਹ 'ਚ ਰਿਹਾ ਕਰਦਾ ਸੀ। ਪਹਾੜਾਂ 'ਤੇ ਤੁਹਾਨੂੰ ਪਤਾ ਠੰਡ ਬਹੁਤ ਹੁੰਦੀ ਹੈ। ਇੱਕ ਦਿਨ ਕੀ ਹੋਇਆ ਬਈ ਬਰਫ਼ ਦਾ ਤੂਫਾਨ ਆ ਗਿਆ ਹੈ, ਬਰਫ਼ ਹੀ ਬਰਫ਼ ਪੈਣੀ ਸ਼ੁਰੂ। 2 ਸਾਧੂ
ਉਹ ਬਰਫ਼ ਦੇ ਤੋਂ ਬਚਣ ਲਈ ਕਹਿੰਦੇ ਮੇਰੇ ਜਿਹੜਾ ਘੁਰਨਾ ਸੀ, ਗੁਫਾ ਸੀ, ਉਹ ਜਾ ਵੜੇ। ਉਧਰ ਬਾਹਰੋਂ ਮੈਂ ਵੀ ਆ ਗਿਆ। ਮੈਂ ਸੋਚਿਆ ਵੀ ਉਹ ਜੇ ਮੈਂ ਨੇੜੇ ਗਿਆ ਗੁਫਾ ਦੇ, ਇਹ ਡਰਦੇ ਹੋਏ ਵਿਚਾਰੇ ਬਾਹਰ ਨਿਕਲ ਜਾਣਗੇ। ਬਾਹਰ ਬਰਫ਼ ਪੈ ਰਹੀ ਹੈ, ਇੱਥੇ ਮਰ ਜਾਣਗੇ ਜੇ ਠੰਡ ਨਾਲ ਹੈ। ਕਹਿੰਦੇ ਮੈਂ ਬਾਹਰ ਹੀ ਖੜਾ ਰਿਹਾ ਵੀ ਚਲੋ ਪ੍ਰਾਹੁਣੇ ਆਏ ਨੇ, ਇਹਨਾਂ ਨੂੰ ਰਾਤ ਰਹਿ ਲੈਣ ਦਿਓ। ਕਹਿੰਦੇ ਇੰਨੀ ਬਰਫ਼ ਪਈ ਕਿ ਮੈਂ ਉੱਥੇ ਖੜਾ ਖੜਾ ਹੀ ਬਰਫ਼ 'ਚ ਜੰਮ ਕੇ ਮਰ ਗਿਆ ਅਤੇ ਸਿੱਧੇ ਸਵਰਗ ਨੂੰ ਆ ਗਿਆ। ਇਹਨੇ ਚਿਰ ਸੁਪਨਾ ਟੁੱਟ ਗਿਆ। ਸਵੇਰੇ ਗੁਰੂ ਮਹਾਰਾਜ ਕਹਿੰਦੇ ਹਾਂ ਜੀ ਮਹਾਤਮਾ ਜੀ ਪੁੱਛੋ ਕੀ ਪੁੱਛਣਾ। ਕਹਿੰਦੇ ਬਾਬਾ ਜੀ ਉੱਤਰ ਮਿਲ ਗਿਆ ਹੈ। ਕਹਿੰਦੇ ਮੇਰੇ ਪ੍ਰਸ਼ਨ ਦਾ ਉੱਤਰ ਮਿਲ ਗਿਆ ਹੈ। ਕਹਿੰਦੇ ਉਹ ਕਿਵੇਂ ਮਿਲ ਗਿਆ, ਸੰਗਤ ਨੂੰ ਦੱਸੋ ਜਰਾ। ਉਹਨੇ ਆ ਸਾਰੀ ਘਟਨਾ ਦੱਸੀ। ਕਹਿੰਦੇ ਸ਼ੇਰ ਨੇ ਸੇਵਾ ਕੀਤੀ ਹੈ ਸਾਧੂਆਂ ਦੀ, ਅਤੇ ਦੇਖੋ ਉਹ ਸਵਰਗ ਨੂੰ ਚਲਿਆ ਗਿਆ ਹੈ। ਤੁਸੀਂ ਬਹੁਤ ਅੱਛਾ ਕੰਮ ਕਰ ਰਹੇ ਹੋ, ਲੋਕਾਂ ਦੇ ਰਹਿਣ ਲਈ ਕਮਰੇ ਬਣਾ ਰਹੇ ਹੋ, ਸਰੋਵਰ ਬਣਾ ਰਹੇ ਹੋ, ਖੂਹ ਲਵਾ ਰਹੇ ਹੋ, ਲੰਗਰ ਲਾਏ ਹੋਏ ਨੇ। ਇਹ ਭਲੇ ਕੰਮ ਤੁਸੀਂ ਕਰ ਰਹੇ ਹੋ, ਤੁਸੀਂ ਬਹੁਤ ਠੀਕ ਕਰ ਰਹੇ ਹੋ। ਮੇਰੇ ਪ੍ਰਸ਼ਨ ਉੱਤਰ ਮਿਲ ਗਿਆ ਅਤੇ ਮੈਂ ਹੁਣ ਮੱਥਾ ਟੇਕ ਕੇ ਵਾਪਸ ਚਲੇਗਾ। ਇਹ ਹੈ ਮਾਇਆ ਦੇ ਵਿੱਚ ਰਹਿੰਦੇ ਹੋਏ ਵੀ ਉਸ ਤੋਂ ਨਿਰਲੇਪ ਰਹਿਣਾ। ਤਾਂ ਕਹਿੰਦੇ ਨੇ ਕਹੈ ਨਾਨਕ ਗੁਰ ਪ੍ਰਸਾਦੀ, ਜਿਨ੍ਹਾਂ ਲਿਵ ਲਾਗੀ ਤਿਨੀ ਵਿੱਚੇ ਮਾਇਆ ਪਾਇਆ। ਗੁਰੂ ਮਹਾਰਾਜ ਕੇ ਗੁਰੂ ਦੀ ਕਿਰਪਾ ਨਾਲ ਜਿਨ੍ਹਾਂ ਦੀ ਪਰਮਾਤਮਾ ਦੇ ਨਾਮ ਨਾਲ ਲਿਵ ਲੱਗੀ ਨਾ, ਉਹਨਾਂ ਨੇ ਮਾਇਆ ਦੇ ਵਿੱਚ ਰਹਿੰਦੇ ਹੋਏ ਵੀ ਪਰਮਾਤਮਾ ਨੂੰ ਪ੍ਰਾਪਤ ਕਰ ਲਿਆ। ਸਤਿਕਾਰਯੋਗ ਸਾਧ ਸੰਗਤ ਸਮਾਂ ਹੋ ਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।